ਵਾਹਿਗੁਰੂ 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 ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਗੁਰਬਾਣੀ ਗੁਰੂ ਵਿੱਚ ਜੋ ਆਪਾਂ ਨੂੰ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ, ਸੰਤਾਂ ਨੇ, ਗੁਰਸਿੱਖਾਂ ਨੇ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਉਪਦੇਸ਼ ਦਿੱਤਾ, ਸਾਨੂੰ ਸਮਝਾਇਆ, ਸਾਨੂੰ ਸਮਝਾਉਂਦੇ ਵੀ ਤੁਸੀਂ ਪਹਿਚਾਣ ਕਰੋ ਆਪਣੇ ਆਪੇ ਦੀ ਵੀ ਤੁਸੀਂ ਹੈ ਕੌਣ। ਹੌਲੀ ਜਿਹਨੂੰ ਅਸੀਂ ਜਾਣਦੇ ਹਾਂ ਸਰੀਰ, ਇਹ ਪੰਜਾਂ ਤੱਤਾਂ ਦਾ ਸਰੀਰ ਮਿੱਟੀ ਹੈ। ਔਰ ਇੱਥੇ ਸੰਸਾਰ ਦੇ ਵਿੱਚ ਦਿਨ ਦੇ ਸਮੇਂ ਅਸੀਂ ਕਹਿੰਦੇ ਹਾਂ ਬਈ ਆ ਮੇਰੇ ਭੈਣ ਭਰਾ ਨੇ, ਆ ਮੇਰੇ ਧੀਆਂ ਪੁੱਤਰ ਨੇ, ਆ ਮੇਰਾ ਪਤੀ, ਆ ਮੇਰੀ ਪਤਨੀ। ਸਤਿਗੁਰੂ ਕਹਿੰਦੇ ਵੀ ਇਹ ਵਿਚਾਰੋ ਵੀ ਇਹ ਹੈ ਕੌਣ। ਬਈ ਇਹਦਾ ਜਿਹੜਾ ਸਰੀਰ ਸਿਰਫ ਪੰਜਾਂ ਤੱਤਾਂ ਦਾ ਪੁਤਲਾ ਹੈ। ਸਤਿਗੁਰੂ ਇਸ ਲਈ ਫਰਮਾਉਂਦੇ, ਕੌਣ ਕੋ ਪੁਰਖ ਕੌਣ ਕੀ ਨਾਰੀ, ਇਹ ਤਤ ਲਿਓ ਸਰੀਰ ਵਿਚਾਰੀ। ਵੀ ਇਹ ਸਰੀਰ ਦਾ ਪੰਜਾਂ ਤੱਤਾਂ ਦਾ ਪੁਤਲਾ ਹੈ। ਬਈ ਕੋਈ ਕਿਸੇ ਦਾ ਪਤੀ ਨਹੀਂ, ਕੋਈ ਕਿਸੇ ਦੀ ਪਤਨੀ ਨਹੀਂ, ਕੋਈ ਪੁੱਤਰ ਨਹੀਂ, ਕੋਈ ਧੀ ਨਹੀਂ, ਕੋਈ ਔਰਤ ਨਹੀਂ, ਕੋਈ ਮਰਦ ਨਹੀਂ। ਇਹ ਜਿਹੜਾ ਸਰੀਰ ਜਿਹਨੂੰ ਦੇਖ ਕੇ ਅਸੀਂ ਕਹਿੰਦੇ ਇਹ ਸਿਰਫ ਪੁਤਲਾ, ਪੰਜਾਂ ਤੱਤਾਂ ਸਰੀਰ। ਹੜੇ ਸਾਨੂੰ ਠਗੌਰੀ ਲੱਗੀ ਮਾਇਆ ਜਿਹੜਾ ਇਹਦੇ ਅੰਦਰ ਵੱਸਦਾ ਹੈ, ਉਹਦੀ ਪਹਿਚਾਣ ਨਹੀਂ। ਸਿਰਫ ਅਸੀਂ ਇਹ ਸਰੀਰ ਨੂੰ ਦੇਖ ਕੇ ਕਹਿੰਦੇ ਬਈ ਇਹ ਸਾਡਾ ਹੈ। ਇਹ ਮਹਾਰਾਜ ਕਹਿੰਦੇ ਵੀ ਜਿਨ੍ਹਾਂ ਦਾ ਇਹ ਭਰਮ ਖਤਮ ਹੋ ਗਈ। ਖਤਮ ਕਿਹਨਾਂ ਦਾ ਹੋਇਆ? ਜਿਨ੍ਹਾਂ ਨੇ ਸੱਚ ਦੀ, ਪਰਮਾਤਮਾ ਦੀ ਪਹਿਚਾਣ ਕਰ ਲਈ। ਇਸ ਲਈ ਫਿਰ ਕਹਿੰਦੇ ਕਹੇ ਕਬੀਰ, ਠੱਗ ਸਿਉ ਮਨ ਮਾਨਿਆ, ਗਈ ਠਗੌਰੀ ਠੱਗ ਪਹਿਚਾਨਿਆ। ਬਈ ਇਹ ਤਾਂ ਸਰੀਰ ਜਿਹਨੂੰ ਦੇਖ ਕੇ ਪਹਿਲਾਂ ਅਸੀਂ ਕਹਿੰਦੇ ਸੀ ਵੀ ਸਾਡਾ ਹੈ ਜੀ, ਵੀ ਮੇਰਾ ਹੈ। ਪਹਿਲਾਂ ਇਹਨੂੰ ਆਪਦਾ ਕਹਿੰਦੇ ਸੀ, ਫਿਰ ਅੱਗੇ ਦੂਸਰਿਆਂ ਨੂੰ ਆਪਦਾ ਕਹਿੰਦੇ ਸੀ ਵੀ ਸਾਡੇ ਨੂੰ। ਸਾਨੂੰ ਫਿਰ ਸਮਝਾਉਂਦੇ ਵੀ ਇਹ ਤਾਂ ਜਿਹੜਾ ਸਰੀਰ ਇਹ ਤਾਂ ਨਾਸਵਾਨ ਹੈ, ਇਹ ਤਾਂ ਪੰਜਾਂ ਤੱਤਾਂ ਦਾ।
ਬਈ ਇਹਦੇ ਵਿੱਚ ਕੌਣ ਵੱਸਦਾ, ਤੁਸੀਂ ਉਹਦੀ ਪਹਿਚਾਣ ਕਰੋ ਵੀ ਉਹ ਕੌਣ ਹੈ। ਕਿਉਂਕਿ ਇਹ ਤਾਂ ਤੱਤ ਇੱਥੇ ਦੇ ਇੱਥੇ ਹੀ ਰਹਿ ਜਾਂਦੇ, ਸਰੀਰ ਇੱਥੇ ਹੀ ਰਹਿ ਜਾਂਦਾ, ਇਹਨੇ ਨਾਲ ਨਹੀਂ ਜਾਣਾ ਅੱਗੇ। ਫਿਰ ਇਹਨੂੰ ਅਸੀਂ ਆਪਦੇ ਘਰਮ ਨਹੀਂ ਰੱਖਦੇ ਅਤੇ ਇਹਨੂੰ ਜੀਵ ਕੋਈ ਸੰਸਕਾਰ ਕਰ ਦਿੰਦਾ, ਕੋਈ ਮਿੱਟੀ 'ਚ ਦੱਬ ਦਿੰਦਾ, ਕੋਈ ਇਸ ਨੂੰ ਪਾਣੀ ਵਿੱਚ ਰੋੜ ਦਿੰਦਾ ਹੈ। ਇਹ ਤਾਂ ਇੱਥੇ ਹੀ ਰਹਿ ਜਾਂਦਾ। ਜਿਹੜਾ ਇਹਦੇ ਵਿੱਚੋਂ ਨਿਕਲ ਕੇ ਜਾਂਦਾ ਹੈ ਉਹ ਕੌਣ ਹੈ, ਉਹਦੀ ਅਸੀਂ ਪਹਿਚਾਣ ਕਰਨੀ। ਜਿਹੜਾ ਇਹਦੇ ਵਿੱਚ ਆਉਂਦਾ ਹੈ ਲੈ ਕੇ ਚੱਲਦਾ ਸਰੀਰ ਨੂੰ, ਉਹ ਹੈ ਫਿਰ ਮਨ। ਅਤੇ ਮਨ ਦਾ ਜਿਹੜਾ ਸਰੂਪ ਹੈ ਉਹ ਜੋਤ ਸਰੂਪ। ਆਪਣਾ ਜਿਹੜਾ ਅਸਲ ਸਰੂਪ ਉਹ ਅਸੀਂ ਪ੍ਰਕਾਸ਼ ਰੂਪ। ਤਾਂਹੀਓ ਫਿਰ ਆਪਾਂ ਨੂੰ ਸਮਝਾਉਂਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਬਈ ਤੂੰ ਜੋਤ ਸਰੂਪ ਪ੍ਰਕਾਸ਼ ਰੂਪ ਹੈ, ਤੂੰ ਆਪਣੇ ਆਪੇ ਦੀ ਪਹਿਚਾਣ ਕਰ ਵੀ ਤੂੰ ਕੌਣ ਹੈ। ਇਹ ਜਿਹੜਾ ਸਾਡਾ ਮੂਲ ਹੈ, ਸਾਡਾ ਮੂਲ ਕੀ ਹੈ? ਸਾਡਾ ਸਾਰਿਆਂ ਦਾ ਮੂਲ ਹੈ ਸੱਚ। ਇਹ ਸੱਚ ਵੀ ਜੋਤ ਸਰੂਪ ਪ੍ਰਕਾਸ਼ ਰੂਪ ਹੈ ਅਤੇ ਆਪਾਂ ਵੀ ਜੋਤ ਸਰੂਪ ਪ੍ਰਕਾਸ਼ ਰੂਪ। ਤਾਂਹੀਓ ਫਿਰ ਆਪਾਂ ਨੂੰ ਸਮਝਾਉਂਦੇ ਵੀ ਤੁਸੀਂ ਮਾਲਕ ਦਾ ਹੀ ਰੂਪ ਹੋ, ਉਹ ਵੀ ਅਬਿਨਾਸੀ ਹੈ ਅਤੇ ਆਪਾਂ ਵੀ ਅਬਿਨਾਸੀ। ਔਰ ਫਰਕ ਸਿਰਫ ਉਹਨਾਂ ਸਮਾਂ ਜਿੰਨਾ ਸਮਾਂ ਸਾਡੇ ਅੰਦਰ ਭਰਮ ਹੈ। ਅਸੀਂ ਆਪਦੇ ਆਪ ਨੂੰ ਇਹ ਸਰੀਰ ਸਮਝਦੇ, ਇਹ ਉਹਨਾਂ ਸਮਾਂ ਭਰਮ ਹੈ। ਆਪਾਂ ਨੂੰ ਕਹਿੰਦੇ ਵੀ ਤੁਸੀਂ ਇਹ ਨਹੀਂ ਹੈ ਸਰੀਰ, ਇਹ ਤਾਂ ਘਰ ਹੈ। ਵੀ ਇੱਦਾਂ ਦੇ ਘਰ ਤਾਂ ਅਸੀਂ ਪਹਿਲਾਂ ਵੀ ਬਹੁਤ ਬਦਲਦੇ ਆ ਰਹੇ। ਕਿੰਨੇ ਘਰਾਂ ਦੇ ਵਿੱਚ ਦੀ ਅਸੀਂ ਹੁੰਦੇ ਆ ਰਹੇ ਹਾਂ, ਘਰਾਂ ਦੇ ਵਿੱਚ ਦੀ। ਹੁਣ ਸਾਨੂੰ ਆਹ ਘਰ ਮਿਲ ਗਏ ਅਤੇ ਮਿਲ ਤਾਂ ਗਿਆ ਇਹ ਸਦਾ ਵਾਸਤੇ। ਜੇ ਅਸੀਂ ਆਖੀਏ ਵੀ ਅਸੀਂ ਪੱਕਾ ਹੀ ਇਹਦੇ ਵਿੱਚ ਰਹਿਣਾ, ਪੱਕੇ ਨਹੀਂ ਰਹਿ ਸਕਦੇ। ਰੋਜ਼ ਦੀ ਰੋਜ਼ ਵੈਸੇ ਤਾਂ ਸਾਨੂੰ ਇਹ ਛੱਡਣਾ ਪੈਂਦਾ ਹੈ, ਅਤੇ ਇੱਕ ਦਿਨ ਐਸਾ ਆਏਗਾ ਵੀ ਸਾਨੂੰ ਸਦਾ ਵਾਸਤੇ ਖਾਲੀ ਕਰਨਾ ਪੈਣਾ, ਇਹਨੂੰ ਛੱਡਣਾ ਪੈਣਾ, ਜਾਣਾ ਪੈਣਾ ਇਹਨੂੰ ਛੱਡ ਕੇ। ਔਰ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਇਹ ਸਾਨੂੰ ਭਰਮ ਪੈ ਗਿਆ। ਇਹ ਸਰੀਰ ਨੂੰ ਅਸੀਂ ਆਪਦਾ ਸਮਝ ਲਿਆ, ਆਪਦੇ ਆਪ ਨੂੰ ਅਸੀਂ ਇਹ ਸਰੀਰ ਹੀ ਮੰਨ ਲਿਆ। ਫਿਰ ਅਸੀਂ ਦੂਸਰਿਆਂ ਨੂੰ ਵੀ ਕਹਿੰਦੇ ਹਾਂ ਵੀ ਉਹ ਵੀ ਸਾਡੇ ਨੇ। ਹਾਲਾਂਕਿ ਸਾਡਾ ਕੌਣ ਹੈ ਇਹਦਾ ਭੇਦ ਨਹੀਂ, ਅਸੀਂ ਸਿਰਫ ਇਹ ਸਰੀਰ ਨੂੰ ਦੇਖ ਕੇ ਕੀਤੀ। ਹੁਣ ਮਹਾਰਾਜ ਤਾਂਹੀਓ ਫਿਰ ਸਾਨੂੰ ਸਮਝਾਉਂਦੇ ਵੀ ਇੱਥੇ ਨਾ ਕੋਈ ਕਿਸੇ ਦਾ ਪੁੱਤ ਹੈ ਅਤੇ ਨਾ ਕੋਈ ਕਿਸੇ ਦੀ ਮਾਂ ਹੈ। ਇਹ ਝੂਠੇ ਮੋਹ ਬੰਧਨਾਂ ਦੇ ਵਿੱਚ ਬੱਝੇ ਹੋਏ ਅਸੀਂ ਕਹਿੰਦੇ ਹਾਂ ਇਹ ਸਾਰਾ ਕੁਛ। ਇਹ ਸਤਿਗੁਰੂ ਸਾਨੂੰ ਕੀ ਕਹਿੰਦੇ, ਨਾ ਕਿਸ ਕਾ ਪੂਤ ਨਾ ਕਿਸ ਕੀ ਮਾਈ, ਝੂਠੇ ਮੋਹ ਭਰਮ ਭੁਲਾਈ। ਭਈ ਝੂਠੇ ਮੋਹ ਦੇ ਵਿੱਚ, ਭਰਮ ਦੇ ਵਿੱਚ ਅਸੀਂ ਭੁੱਲੇ ਹੋਏ। ਅਸੀਂ ਇਹ ਸਰੀਰਾਂ ਨੂੰ ਦੇਖ ਕੇ ਕਹਿੰਦੇ ਹਾਂ ਵੀ ਇਹ ਸਰੀਰ ਕਰਕੇ ਜਿਹੜੇ ਵੀ ਆਹ ਮੇਰਾ ਪੁੱਤਰ ਹੈ, ਆਹ ਮੇਰੀ ਧੀ ਹੈ, ਆਹ ਮੇਰੀ ਮਾਂ ਹੈ, ਆਹ ਮੇਰਾ ਪਿਓ ਹੈ। ਹੁਣ ਆਪਾਂ ਨੂੰ ਕਹਿੰਦੇ ਵੀ ਉਹ ਹੈ ਕੌਣ ਹੈ, ਤੁਸੀਂ ਉਹਦੀ ਪਹਿਚਾਣ ਕਰੋ ਵੀ ਇਹ ਸਰੀਰ ਤਾਂ ਹੈ ਨਹੀਂ ਹੈ। ਇਹ ਸਰੀਰ ਤਾਂ ਪੰਜਾਂ ਤੱਤਾਂ ਦਾ ਹੈ। ਵੀ ਇਹਦੇ ਵਿੱਚ ਦੇਖੋ, ਇਹਦੇ ਵਿੱਚ ਕੌਣ ਵੱਸਦਾ। ਹੁਣ ਜਿਹੜਾ ਇਹਦੇ ਅੰਦਰ ਵੱਸਦਾ ਅਸੀਂ ਉਹਦੀ ਪਹਿਚਾਣ ਕਰਨੀ ਹੁੰਦੀ ਅਤੇ ਸਾਨੂੰ ਦੱਸ ਦਿੱਤਾ ਬਈ ਸਭਨਾਂ ਦੇ ਅੰਦਰ ਰਾਮ ਵਾਹਿਗੁਰੂ ਵੱਸਦਾ। ਮਹਾਰਾਜ ਤਾਂਹੀਓ ਫਰਮਾਉਂਦੇ ਸਾਧੂ ਇਹ ਧਨ ਮਿਥਿਆ ਜਾਨੋ, ਜਾ ਭੀਤਰ ਜੋ ਰਾਮ ਵਸਤ ਹੈ ਸਾਚੋ ਤਾਹੇ ਪਹਿਚਾਨੋ। ਬਈ ਜਿਹੜਾ ਇਹਦੇ ਭੀਤਰ ਵੱਸਦਾ ਹੈ ਰਾਮ,
ਹੁਣ ਉਹਦੀ ਪਹਿਚਾਣ ਕਰੋ। ਸਾਨੂੰ ਦੱਸਦਾ ਵੀ ਸਭ ਦੇ ਅੰਦਰ ਵਸਦਾ। ਹੁਣ ਸਾਡੇ ਅੰਦਰ ਕਿੱਥੇ ਵਸਦਾ ਹੈ ਉਹ ਫਿਰ ਅਸੀਂ ਖੋਜ ਕਰਨੀ ਹੁੰਦੀ, ਉਹ ਅਸੀਂ ਲੱਭਣਾ ਹੁੰਦਾ। ਸਾਰੀ ਗੁਰਬਾਣੀ ਗੁਰੂ 1430 ਅੰਗ ਇਹ ਫਿਰ ਆਪਣੇ ਅੰਦਰ ਦੀ ਖੋਜ ਕਰਕੇ ਹੀ ਆਪਾਂ ਨੂੰ ਸਾਰਾ ਭੇਦ ਦਿੱਤਾ ਹੋਇਆ, ਸਾਰਾ ਸਮਝਾਇਆ ਹੋਇਆ। ਹੁਣ ਤਾਂਹੀਓ ਫਿਰ ਸਾਨੂੰ ਕਹਿੰਦੇ ਤੁਸੀਂ ਅੰਦਰ ਦੀ ਖੋਜ ਕਰ। ਗੁਰਮੁਖ ਹੋਵੇ ਸੋ ਕਾਇਆ ਖੋਜੇ, ਹੋਰ ਸਭ ਭਰਮ ਭੁਲਾਈ। ਹੁਣ ਅਸੀਂ ਅੰਦਰ ਦੀ ਖੋਜ ਕਰਨੀ ਵੀ ਸਾਡੇ ਅੰਦਰ ਵਸਦਾ ਕੌਣ ਹੈ, ਸਾਡੇ ਅੰਦਰ ਉਹ ਬ੍ਰਹਮ ਕਿੱਥੇ ਹੈ, ਸੱਚ ਕਿੱਥੇ ਹੈ, ਜਿਸ ਦੇ ਅਸੀਂ ਸਾਰੇ ਅੰਸ਼ ਹਾਂ, ਜਿਹਦੇ ਅਸੀਂ ਸਾਰੇ ਬੱਚੇ। ਹੁਣ ਆਪਣੇ ਅੰਦਰ ਉਹ ਕਿੱਥੇ ਵਸਦਾ ਮਾਲਕ, ਉਹ ਫਿਰ ਜਿਨ੍ਹਾਂ ਨੇ ਖੋਜੇ ਆ, ਖੋਜ ਕੇ ਆਪਾਂ ਨੂੰ ਗੁਰਬਾਣੀ ਗੁਰੂ ਰਾਹੀਂ ਦੱਸ ਦਿੱਤਾ ਵੀ ਕਿੱਥੇ ਬੈਠੇ। ਮਾਰੇ ਫਰਮਾਉਂਦੇ ਸੁਨ ਸਮਾਧ ਗੁਫਾ ਤੇ ਆਸਣ, ਕੇਵਲ ਬ੍ਰਹਮ ਪੂਰਨ ਤੈ ਵਾਸਨ, ਭਗਤ ਸੰਗ ਪ੍ਰਭ ਗੋਸ਼ਟ ਕਰਤ। ਬਈ ਭਗਤਾਂ ਦੇ ਨਾਲ ਮਾਲਕ ਗੋਸ਼ਟ ਕਰਦੇ ਨੇ ਤੇ ਕਿੱਥੇ ਬੈਠ ਕੇ ਕਰਦੇ, ਕਹਿੰਦੇ ਸੁਨ ਸਮਾਧੀ ਵਿੱਚ, ਸੁਨ ਦੇ ਵਿੱਚ ਸਮਾਧੀ ਲਾ ਕੇ ਬੈਠੇ, ਸਹਿਜ ਘਰ ਦੇ ਵਿੱਚ ਬੈਠੇ ਨੇ। ਜਿਹੜੇ ਵੀ ਗੁਰਮੁਖ ਭਗਤ ਉੱਥੇ ਜਾਂਦੇ ਉਹਦੇ ਨਾਲ ਮਾਲਕ ਦੀ ਵਿਚਾਰ ਹੁੰਦੀ। ਤੇ ਸਾਨੂੰ ਕਹਿੰਦੇ ਵੀ ਤੁਸੀਂ ਵੀ ਕਰਨੀ ਚਾਹੁੰਦੇ ਹੋ ਕੋਈ ਗੱਲਬਾਤ, ਫਿਰ ਤੁਸੀਂ ਸਹਿਜ ਘਰ ਜਾ ਕੇ ਕਰ ਸਕਦੇ ਹੋ। ਜੇ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ, ਸਾਡੇ ਮਨ ਦੇ ਵਿੱਚ ਜਿਵੇਂ ਕਈ ਸਵਾਲ ਹੁੰਦੇ ਨੇ, ਜੇ ਕੋਈ ਸਾਡੇ ਮਨ 'ਚ ਸਵਾਲ ਹੈ, ਜੇ ਅਸੀਂ ਮਾਲਕ ਤੋਂ ਕੁਝ ਪੁੱਛਣਾ ਚਾਹੁੰਦੇ ਤੇ ਸਾਡੇ ਅੰਦਰ ਹੀ ਸਹਿਜ ਘਰ ਬੈਠੇ ਕਹਿੰਦੇ ਜਾ ਕੇ ਪੁੱਛ ਲਓ। ਜਿਹੜੇ ਵੀ ਗੁਰਮੁਖ ਭਗਤ ਉੱਥੇ ਜਾਂਦੇ ਉਹਨਾਂ ਦੇ ਨਾਲ ਮਾਲਕ ਵਿਚਾਰ ਵਟਾਂਦਰਾ ਕਰਦੇ, ਜੋ ਪੁੱਛਣਾ ਚਾਹੁੰਦੇ ਅਸੀਂ ਪੁੱਛ ਸਕਦੇ ਉਹਨਾਂ ਤੋਂ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਇਸੇ ਤਰ੍ਹਾਂ ਹੀ ਗੁਰਸਿੱਖ ਪੁੱਛਣ ਲੱਗੇ ਬਈ ਜਦੋਂ ਤੁਸੀਂ ਸਹਿਜ ਘਰ ਜਾਂਦੇ ਹੋ, ਤੁਸੀਂ ਮਾਲਕ ਦੇ ਨਾਲ ਕੀ ਗੱਲਾਂ ਕਰਦੇ ਹੋ, ਉੱਥੇ ਕੀ ਤੁਹਾਡੀ ਵਿਚਾਰ ਹੁੰਦੀ, ਸਾਨੂੰ ਉਹਨਾਂ ਦੇ ਵਿੱਚੋਂ ਦੱਸੋ। ਗੁਰੂ ਨਾਨਕ ਪਾਤਸ਼ਾਹ ਦੱਸਣ ਲੱਗੇ ਵੀ ਉਹ ਸਾਡੀ ਆਪਸੀ ਗੱਲ ਹੈ। ਜਿਹੜੀ ਮਾਤਾ ਪਿਤਾ ਦੇ ਨਾਲ ਆਪਣੀ ਗੱਲ ਹੁੰਦੀ ਉਹਨੂੰ ਕਹਿੰਦੇ ਗੂਝ ਕਥਾ। ਵੀ ਜੋ ਮਾਲਕ ਤੋਂ ਆਪਾਂ ਪੁੱਛਣਾ ਚਾਹੁੰਦੇ ਉਹ ਅਸੀਂ ਪੁੱਛ ਸਕਦੇ। ਹੁਣ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਉਹ ਸਾਡੀ ਆਪਸੀ ਗੱਲ ਹੈ, ਵੀ ਤੁਹਾਡਾ ਵੀ ਮਾਤਾ ਪਿਤਾ। ਜੇ ਤੁਸੀਂ ਕੋਈ ਗੱਲ ਪੁੱਛਣੀ ਚਾਹੁੰਦੇ ਹੋ, ਤੁਹਾਨੂੰ ਰਸਤਾ ਦੱਸ ਦਿੰਦੇ ਆ, ਤੁਸੀਂ ਆਪ ਜਾਓ ਤੇ ਜਾ ਕੇ ਆਪ ਪੁੱਛੋ। ਜਦੋਂ ਤੁਸੀਂ ਆਪ ਜਾਓਗੇ ਜੋ ਮਰਜ਼ੀ ਪੁੱਛ ਲਿਓ, ਜੋ ਤੁਹਾਡੇ ਮਨ ਦੀ ਗੱਲ ਹੈ ਤੁਸੀਂ ਉਹ ਪੁੱਛ ਲਿਓ ਉਹਨਾਂ ਤੋਂ। ਮਹਾਰਾਜ ਫਰਮਾਉਂਦੇ ਜਾ ਕੋ ਭੀਤਰ ਬਹਿਲ ਬੁਲਾਵੇ, ਪੁੱਛੋ ਬਾਤ ਨਰੰਤੀ। ਬਈ ਤੁਹਾਨੂੰ ਮਹਿਲ ਤੱਕ ਪਹੁੰਚਣ ਦਾ ਰਸਤਾ ਦੱਸਦੇ, ਜਦੋਂ ਤੁਹਾਨੂੰ ਮਹਿਲ 'ਚ ਬੁਲਾ ਲਏਗਾ ਤੁਸੀਂ ਅੰਦਰ ਜਾਇਓ ਤੇ ਜੋ ਮਰਜ਼ੀ ਪੁੱਛ ਲਿਓ। ਜੋ ਅਸੀਂ ਪੁੱਛਾਂਗੇ ਸਾਨੂੰ ਦੱਸੀ ਜਾਂਦੇ ਉੱਥੇ। ਹੁਣ ਜਾਣਾ ਸਾਨੂੰ ਆਪ ਪੈਂਦਾ। ਜੇ ਅਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹਾਂ, ਕੁਝ ਪੁੱਛਣਾ ਚਾਹੁੰਦੇ ਤੇ ਗੁਰਮੁਖਾਂ ਨੇ ਸਾਨੂੰ ਰਸਤਾ ਦੱਸੀ ਜਾਣਾ ਤੇ ਜਾਣਾ ਅਸੀਂ ਆਪ ਹੀ ਹੁੰਦਾ। ਗੱਲਬਾਤ ਅਸੀਂ ਆਪ ਹੀ ਕਰਨੀ ਜਾ ਕੇ। ਹੁਣ ਸਾਡੇ ਤੇ ਮਨਸਰ, ਜੇ ਤਾਂ ਅਸੀਂ ਚਾਹੁੰਦੇ ਹਾਂ ਕੁਝ ਪੁੱਛਣਾ, ਜੇ ਤਾਂ ਅਸੀਂ ਮਿਲਣਾ ਚਾਹੁੰਦੇ ਹਾਂ ਫਿਰ ਤਾਂ ਅਸੀਂ ਜਾਵਾਂਗੇ। ਜੇ ਸਾਡੇ ਅੰਦਰ ਮਾਲਕ ਨੂੰ ਮਿਲਣ ਦੀ ਤੜਫ ਹੀ ਨਹੀਂ, ਜੇ ਸਾਡੇ ਅੰਦਰ ਪਿਆਰ ਹੀ ਨਹੀਂ, ਵਿਰਾਗ ਹੀ ਨਹੀਂ, ਫਿਰ ਅਸੀਂ ਜਾਵਾਂਗੇ ਨਹੀਂ। ਵੀ ਚਲੋ ਛੱਡੋ ਜੀ, ਆਪਾਂ ਕੀ ਲੈਣਾ ਪੁੱਛ ਕੇ, ਬਈ ਜਾ ਆਪਾਂ ਕੀ ਲੈਣਾ ਮਿਲ ਕੇ। ਸੋ ਤਾਈਆਂ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਜਿਹੜਾ ਸਰੀਰ ਹੈ ਤਾਂ ਪੰਜਾਂ ਤੱਤਾਂ ਦਾ ਹੈ, ਤੁਸੀਂ ਇਹਦੇ ਅੰਦਰ ਪਹਿਚਾਣ ਕਰੋ ਵੀ ਇਹਦੇ ਵਿੱਚ ਵੱਸਦਾ ਕੌਣ।
ਜੋ ਮਾਲਕ ਇਹਦੇ ਅੰਦਰ ਵਸ ਰਿਹਾ ਹੈ ਉਹਦੀ ਅਸੀਂ ਪਹਿਚਾਣ ਕਰਨੀ, ਉਹਦੇ ਨਾਲ ਅਸੀਂ ਮਿਲਾਪ ਕਰਨਾ। ਹੁਣ ਉਹਦੇ ਵਾਸਤੇ ਫਿਰ ਆਪਾਂ ਨੂੰ ਸਹਿਜ ਵਿੱਚ ਜਾਣਾ ਪੈਣਾ, ਆਪਦੇ ਘਰ ਜਾਣਾ ਪੈਣਾ। ਹੁਣ ਘਰ ਅਸੀਂ ਕਿਵੇਂ ਜਾਈਏ, ਉਹਦੇ ਵਾਸਤੇ ਸਾਨੂੰ ਗੁਰੂ ਦੀ ਮੱਤ ਲੈਣੀ ਪੈਣੀ, ਕਿਉਂਕਿ ਜਦ ਤੱਕ ਅਸੀਂ ਆਪਦੀ ਮੱਤ ਵਰਤਾਂਗੇ ਅਸੀਂ ਘਰ ਨਹੀਂ ਜਾ ਸਕਦੇ। ਸਾਡੀਆਂ ਸਿਆਣਪਾਂ, ਸਾਡੀ ਆਪਣੀ ਸੋਚ, ਸਾਡੀ ਮੱਤ ਸਾਨੂੰ ਘਰ ਤੋਂ ਦੂਰ ਤਾਂ ਲੈ ਜਾਏਗੀ, ਪਰ ਅਸੀਂ ਆਪਦੇ ਘਰ ਨਹੀਂ ਜਾ ਸਕਦੇ। ਘਰ ਜਾਣ ਵਾਸਤੇ ਸਾਨੂੰ ਗੁਰੂ ਦੀ ਮੱਤ ਲੈਣੀ ਪਏਗੀ। ਗੁਰੂ ਦੀ ਮਦਦ ਦੁਆਰਾ ਹੀ ਅਸੀਂ ਆਪਦੇ ਘਰ ਜਾ ਸਕਦੇ, ਉੱਦਾਂ ਅਸੀਂ ਜਾ ਹੀ ਨਹੀਂ ਸਕਦੇ। ਹੁਣ ਗੁਰੂ ਦੀ ਮੱਤ ਲੈਣ ਵਾਸਤੇ ਸਾਨੂੰ ਆਪਦੀ ਮੱਤ ਛੱਡਣੀ ਪੈਂਦੀ ਪਹਿਲਾਂ। ਇਹ ਜਿਹੜਾ ਗਿਆਨ ਹੈ, ਗਿਆਨ ਸਾਨੂੰ ਗੱਲਾਂ ਦੁਆਰਾ ਨਹੀਂ ਪ੍ਰਾਪਤ ਹੁੰਦਾ। ਇਹ ਗਿਆਨ ਗੁਰੂ ਦੀ ਮੱਤ ਲੈਣ ਵਾਸਤੇ ਸਾਨੂੰ ਆਪਦੀ ਮੱਤ ਛੱਡਣੀ ਪੈਂਦੀ, ਅਤੇ ਆਪਦੀ ਮੱਤ ਛੱਡਣ ਵਾਸਤੇ ਸਾਨੂੰ ਸਿਮਰਨ ਕਰਨਾ ਪੈਂਦਾ। ਮਹਾਰਾਜ ਇਸ ਲਈ ਫਰਮਾਉਂਦੇ, ਗਿਆਨ ਨਾ ਗੱਲੀ ਢੂੰਡੀਐ ਕਥਨਾ ਕਰੜਾ ਸਾਰ। ਬਈ ਗਿਆਨ ਹੈ ਜਿਹੜਾ ਇਹ ਗੱਲਾਂ ਦੁਆਰਾ ਨਹੀਂ ਮਿਲਦਾ, ਵੀ ਇਹ ਗੱਲਾਂ ਦੁਆਰਾ ਨਹੀਂ ਢੂੰਡਿਆ ਜਾਂਦਾ। ਇਹਦੇ ਵਾਸਤੇ ਸਾਨੂੰ ਗੁਰੂ ਨੂੰ ਆਪਣਾ ਆਪ ਸਮਰਪਣ ਕਰਨਾ ਪੈਂਦਾ, ਗੁਰੂ ਦਾ ਵਚਨ ਮੰਨਣਾ ਪੈਂਦਾ, ਗੁਰੂ ਦੇ ਅੱਗੇ ਆਪਣਾ ਆਪ ਵਾਰਨਾ ਪੈਂਦਾ। ਫਿਰ ਸਾਨੂੰ ਗੁਰੂ ਦੀ ਮੱਤ ਆਉਂਦੀ, ਫਿਰ ਸਤਿਗੁਰੂ ਦੀ ਮੱਤ ਆਉਂਦੀ। ਤਾਂ ਇਉਂ ਮਹਾਰਾਜ ਸਾਨੂੰ ਫਿਰ ਸਮਝਾਉਂਦੇ, ਕਹਿੰਦੇ ਮਨ ਕੀ ਮੱਤ ਤੇ ਆਗੋ ਹਰ ਜਨ, ਹੁਕਮ ਬੂਝ ਸੁਖ ਪਾਈਏ ਰੇ। ਵੀ ਆਪਦੀ ਮੱਤ ਛੱਡ ਦਿਓ ਅਤੇ ਹੁਕਮ ਨੂੰ ਬੁੱਝੋ, ਅਤੇ ਫਿਰ ਤੁਸੀਂ ਸੁੱਖ ਦੀ ਪ੍ਰਾਪਤੀ ਕਰੋਗੇ। ਜੇ ਅਸੀਂ ਸੁਖੀ ਹੋਣਾ ਚਾਹੁੰਦੇ ਹਾਂ ਅਤੇ ਸਾਨੂੰ ਕਹਿੰਦੇ ਵੀ ਸਾਡੀ ਮੱਤ ਹੀ ਸਾਨੂੰ ਦੁੱਖਾਂ 'ਚ ਰੱਖਦੀ। ਸਾਡੀ ਜਿਹੜੀ ਸਿਆਣਪ ਹੈ ਇਹੋ ਸਾਨੂੰ ਦੁੱਖਾਂ 'ਚ ਲੈ ਜਾਂਦੀ। ਹੁਣ ਮਹਾਰਾਜ ਕਹਿੰਦੇ ਵੀ ਇਹਨੂੰ ਛੱਡ ਦਿਓ, ਇਹਨੂੰ ਤਜ ਦਿਓ, ਅਤੇ ਤਜਣ ਵਾਸਤੇ ਸਿਮਰਨ ਕਰੋ। ਜਦੋਂ ਅਸੀਂ ਸਿਮਰਨ ਕਰਾਂਗੇ, ਸਾਡੇ ਦੁੱਖ ਭਰਮ, ਸਾਡੇ ਸੈਂਸੇ ਫਿਕਰ, ਚਿੰਤਾਵਾਂ, ਇਹ ਸਾਰੀਆਂ ਖਤਮ ਹੋ ਜਾਣਗੀਆਂ। ਸਤਿਗੁਰੂ ਇਸ ਲਈ ਫਰਮਾਉਂਦੇ ਵੀ ਕਿਵੇਂ ਅਸੀਂ ਇਹ ਆਪਦੀ ਜਿਹੜੀ ਸਿਆਣਪ ਇਹਨੂੰ ਤਜਣਾ। ਤਜੋ ਸਿਆਣਪ ਸੁਰਜਨੋ, ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰਾਖੋ, ਨਾਨਕ ਦੁੱਖ ਭਰਮ ਭੋ ਜਾਏ। ਬਈ ਸਾਡੇ ਦੁੱਖ ਭਰਮ ਸਭ ਖਤਮ ਹੋ ਜਾਣ ਜੇ ਅਸੀਂ ਮਾਲਕ ਦਾ ਸਿਮਰਨ ਕਰਨ ਲੱਗ ਜਾਈਏ ਅਤੇ ਆਪਦੀ ਸਿਆਣਪ ਛੱਡ ਦਈਏ। ਸਾਡੀ ਸਿਆਣਪ, ਸਾਡੀ ਚਤਰਾਈ ਹੀ ਸਾਨੂੰ ਦੁੱਖਾਂ 'ਚ ਲੈ ਜਾਂਦੀ। ਤਾਈਆਂ ਮਹਾਰਾਜ ਕਹਿੰਦੇ, ਛਾੜ ਸਿਆਣਪ ਚਾਤਰੀ, ਤੂੰ ਜਾਣ ਗਵਾਲੇ ਸੰਗਰੀ। ਬਈ ਆਪਦੀ ਸਿਆਣਪ ਅਤੇ ਆਪਦੀ ਚਤਰਾਈ ਛੱਡ ਦੇ, ਕਿਉਂਕਿ ਚਤਰਾਈ ਦੇ ਨਾਲ ਅਸੀਂ ਆਪਦੇ ਘਰ ਨਹੀਂ ਜਾ ਸਕਦੇ, ਅਸੀਂ ਮਾਲਕ ਨੂੰ ਨਹੀਂ ਮਿਲ ਸਕਦੇ। ਮਹਾਰਾਜ ਫਰਮਾਉਂਦੇ, ਚਤਰਾਈ ਨਾ ਚਤਰ ਭੁਜ ਪਾਈਏ। ਬਈ ਚਤਰਾਈ ਦੇ ਨਾਲ ਅਸੀਂ ਮਾਲਕ ਨੂੰ ਨਹੀਂ ਪਾ ਸਕਦੇ। ਤਾਂਹੀਓ ਸਾਨੂੰ ਰੋਜ਼ ਸਮਝਾਉਂਦੇ, ਮਨ ਮੇਰੇ ਆ ਚਤਰਾਈ ਕਿਹਨੇ ਨਾ ਪਾਇਆ। ਵੀ ਮੇਰੇ ਮਨਾ ਕਿਸੇ ਨੇ ਚਤਰਾਈ ਦੇ ਨਾਲ ਮਾਲਕ ਨੂੰ ਨਹੀਂ ਪਾਇਆ, ਕਿਉਂਕਿ ਉਹ ਚਤਰਾਈ ਨਾਲ ਥੋੜ੍ਹੀ ਮਿਲਦਾ, ਉਹ ਮਿਲਦਾ ਭੋਲੇ ਭਾਲਿਆਂ ਨੂੰ। ਜਿਹੜੇ ਭੋਲੇ ਭਾਲੇ ਨੇ, ਜਿਨ੍ਹਾਂ ਨੇ ਆਪਦੇ ਮਨ ਨੂੰ ਇੰਨਾ ਭੋਲਾ ਕਰ ਲਿਆ, ਇੰਨਾ ਨਿਰਮਲ ਕਰ ਲਿਆ ਵੀ ਸਹਿਜ ਵਿੱਚ ਲੈ ਗਏ, ਅਤੇ ਉਹ ਭੋਲਿਆਂ ਨੂੰ ਮਿਲ ਪੈਂਦੇ। ਇਸ ਲਈ ਮਹਾਰਾਜ ਕਹਿੰਦੇ, ਕਹੋ ਕਬੀਰ ਭਗਤ ਕਰ ਪਾਇਆ, ਭੋਲੇ ਭਾਏ ਮਿਲੇ ਰਘੁਰਾਇਆ। ਬਈ ਉਹ ਮਾਲਕ ਪਰਮਾਤਮਾ ਭੋਲਿਆਂ ਨੂੰ ਮਿਲਦਾ। ਅਤੇ ਭੋਲਾ ਕਿਵੇਂ ਹੋਇਆ ਜਾਂਦਾ?
ਭੋਲਾ ਹੋਇਆ ਜਾਂਦਾ ਆਪਣਾ ਆਪਾ ਵਾਰ ਕੇ, ਆਪਣਾ ਆਪਾ ਤਿਆਗ ਕੇ, ਹਉਮੈ ਤਿਆਗ ਕੇ। ਜਦੋਂ ਸਾਡਾ ਮਨ ਮੈਲਾ ਹੈ ਫਿਰ ਇਹ ਚਤਰੀ ਬੁੱਧੀ ਵਾਲਾ ਹੁੰਦਾ, ਫਿਰ ਇਹ ਚਤਰਾਈਆਂ ਕਰਦਾ। ਜਦੋਂ ਸਾਡਾ ਮਨ ਨਿਰਮਲ ਹੋ ਜਾਏਗਾ ਫਿਰ ਇਹ ਭੋਲਾ ਹੋ ਜਾਏਗਾ। ਜਿਵੇਂ ਆਪਾਂ ਦੇਖਦੇ ਵੀ ਬੱਚੇ ਭੋਲੇ ਹੁੰਦੇ, ਆਪਾਂ ਕਹਿੰਦੇ ਨੇ ਵੀ ਬੱਚਾ ਬਹੁਤ ਭੋਲਾ ਹੈ, ਵੀ ਉਹਦੇ ਅੰਦਰ ਕਿਉਂਕਿ ਅਜੇ ਮੇਰ ਤੇਰ ਨਹੀਂ ਹੁੰਦੀ, ਹਉਮੈ ਹੰਕਾਰ ਨਹੀਂ ਹੁੰਦਾ, ਉਹ ਇੰਨਾ ਚਤਰ ਨਹੀਂ ਹੁੰਦਾ। ਹੁਣ ਆਪਾਂ ਨੂੰ ਕਹਿੰਦੇ ਵੀ ਇਸੇ ਤਰ੍ਹਾਂ ਹੀ ਸਾਡਾ ਮਨ ਹੈ ਜਿਹੜਾ ਇਹ ਭੋਲਾ ਹੋ ਜੇ। ਬੱਚਾ ਇਸ ਕਰਕੇ ਭੋਲਾ ਹੁੰਦਾ ਕਿਉਂਕਿ ਉਹਦੇ 'ਤੇ ਹਜੇ ਇੰਨੀ ਮੈਲ ਨਹੀਂ ਚੜੀ ਹੁੰਦੀ, ਉਹਦੇ ਅੰਦਰ ਹਜੇ ਇੰਨੀ ਦੁਬਦਾ, ਵੈਰ ਵਿਰੋਧ, ਈਰਖਾ, ਨਫ਼ਰਤ ਨਹੀਂ ਹੁੰਦੀ, ਉਹ ਤਾਂ ਕਰਕੇ ਭੋਲਾ ਹੁੰਦਾ। ਜਿਉਂ-ਜਿਉਂ ਵੱਡਾ ਹੁੰਦਾ ਤੇ ਆਉਂਦੇ ਉਹਦੇ 'ਤੇ ਮੈਲ ਚੜ੍ਹਦੀ ਜਾਂਦੀ, ਫਿਰ ਉਹ ਭੋਲਾ ਨਹੀਂ ਰਹਿੰਦਾ, ਫਿਰ ਉਹ ਚਤਰ ਬੁੱਧੀ ਵਾਲਾ ਬਣ ਜਾਂਦਾ। ਫਿਰ ਉਹਦੇ ਅੰਦਰ ਹਉਮੈ ਹੰਕਾਰ ਆ ਜਾਂਦਾ, ਉਹਦੇ ਅੰਦਰ ਦੁਬਦਾ ਆ ਜਾਂਦੀ, ਉਹਦੇ ਅੰਦਰ ਵੈਰ ਵਿਰੋਧ ਆ ਜਾਂਦਾ, ਫਿਰ ਉਹ ਭੋਲਾ ਨਹੀਂ ਰਹਿੰਦਾ। ਹੁਣ ਭੋਲਾ ਉਹ ਹੈ ਜਿਹਨੇ ਸਾਰਾ ਕੁਝ ਛੱਡ ਦਿੱਤਾ, ਜਿਹਦੇ ਅੰਦਰ ਕਿਸੇ ਪ੍ਰਕਾਰ ਕੋਈ ਦੁਬਦਾ ਨਹੀਂ, ਕੋਈ ਵੈਰ ਵਿਰੋਧ ਨਹੀਂ, ਕੋਈ ਈਰਖਾ ਨਹੀਂ, ਕੋਈ ਨਫ਼ਰਤ ਨਹੀਂ, ਹਉਮੈ ਹੰਕਾਰ ਤੋਂ ਰਹਿਤ ਹੋ ਗਿਆ ਤੇ ਉਹ ਤਾਂ ਭੋਲਾ ਹੀ ਹੋ ਗਿਆ। ਤੇ ਭੋਲਿਆਂ ਨੂੰ ਹੀ ਫਿਰ ਮਾਲਕ ਮਿਲਦਾ ਹੈ। ਪਾਈਆਂ ਮਾਰੇ ਕਹਿੰਦੇ ਬਈ ਅਸੀਂ ਭਗਤੀ ਕੀਤੀ ਤੇ ਭਗਤੀ ਕਰਕੇ ਫਿਰ ਮਨ ਨੂੰ ਭੋਲਾ ਕਰ ਲਿਆ ਤੇ ਫਿਰ ਭੋਲਿਆਂ ਨੂੰ ਰਘੁਰਾਏ ਮਿਲਦਾ, ਮਾਲਕ ਮਿਲਦਾ। ਹੌੜੇ ਭੋਲਾ ਮਨ ਸਾਡਾ ਫੇਰ ਹੀ ਹੋਏਗਾ ਜੇ ਨਿਰਮਲ ਹੋਏਗਾ। ਜੇ ਅਸੀਂ ਆਪਦੀ ਮੱਤ ਛੱਡਾਂਗੇ, ਗੁਰੂ ਦੀ ਮੱਤ ਧਾਰਨ ਕਰਾਂਗੇ, ਫੇਰ ਇਹ ਭੋਲਾ ਹੋਏਗਾ। ਹੁਣ ਗੁਰੂ ਦੀ ਮੱਤ ਲੈਣ ਵਾਸਤੇ ਫਿਰ ਇਹ ਆਪਾਂ ਸਿਮਰਨ ਕਰਦੀ। ਸਿਮਰਨ ਦੇ ਨਾਲ ਨਾਲ ਜੋ ਸਾਨੂੰ ਸਤਿਗੁਰੂ ਉਪਦੇਸ਼ ਦਿੰਦੇ, ਉਹ ਗੁਰੂ ਦੀ ਮੱਤ ਨੂੰ ਅਸੀਂ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਇਹ ਉਪਦੇਸ਼ ਸਾਡੇ ਹਿਰਦੇ 'ਚ ਵਸ ਜੇ ਤੇ ਸਾਨੂੰ ਸਮਝ ਲੱਗ ਜੇ ਤੇ ਸਾਡਾ ਮਨ ਮੰਨਣ ਦੀ ਅਵਸਥਾ 'ਚ ਆ ਜੇ। ਹੁਣ ਆਪਾਂ ਨੂੰ ਫਿਰ ਗੁਰੂ ਕੀ ਮੱਤ ਦਿੰਦੇ, ਸਾਨੂੰ ਸਮਝਾਉਂਦੇ ਵੀ ਚਾਹੇ ਸੰਸਾਰ ਦਾ ਦੁੱਖ ਆਵੇ ਚਾਹੇ ਸੁੱਖ ਆਵੇ, ਧਿਆਉਣਾ ਅਸੀਂ ਮਾਲਕ ਨੂੰ ਹੀ ਹੈ, ਪਰਮਾਤਮਾ ਦਾ ਸਿਮਰ ਨਹੀਂ ਛੱਡਣਾ। ਫਰਮਾਉਂਦੇ ਨੇ ਦੁੱਖ ਸੁੱਖ ਪਿਆਰੇ ਤੁਧ ਤੇ ਆਈ, ਇਹ ਸਮੱਤ ਗੁਰੂ ਤੇ ਪਾਈ। ਗੁਰੂ ਸਾਨੂੰ ਇਹ ਸਮੱਤ ਦਿੰਦੇ, ਇਹ ਸਾਨੂੰ ਸੋਝੀ ਦਿੰਦੇ ਬਈ ਜੋ ਮਾਲਕ ਕਰ ਰਹੇ ਉਹਨੂੰ ਭਲਾ ਭਲਾ ਕਰਕੇ ਮੰਨਣਾ, ਰੋਸ ਨਹੀਂ ਕਰਨਾ। ਜੋ ਪ੍ਰਭ ਕੀਨੋ ਸੋਈ ਭਲ ਮਾਨਿਓ, ਇਹ ਸਮੱਤ ਸਾਧੂ ਦੇ ਪਾਈ। ਇਹ ਸਮੱਤ ਸਾਨੂੰ ਸਾਧੂ ਜਨ ਦਿੰਦੇ ਵੀ ਚਾਹੇ ਸੰਸਾਰੀ ਤੌਰ 'ਤੇ ਸਾਨੂੰ ਦੁੱਖ ਆਵੇ ਤਾਂ ਵੀ ਮਾਲਕ ਨੂੰ ਧਿਆਉਣਾ, ਸੁੱਖ ਆਵੇ ਤਾਂ ਵੀ ਉਹਨੂੰ ਧਿਆਉਣਾ। ਬਈ ਇਹਨਾਂ ਨੂੰ ਸਮ ਕਰਕੇ ਚੱਲਣਾ, ਬਰਾਬਰ ਕਰਕੇ ਚੱਲਣਾ। ਦੁੱਖ ਸੁੱਖ ਦੋਨੋਂ ਸਮ ਕਰ ਜਾਣੇ, ਔਰ ਮਾਨ ਅਪਮਾਨਾ ਉਹਨੂੰ ਹੀ ਗੁਰਬਾਣੀ ਗੁਰੂ ਵਿੱਚ ਗਿਆਨੀ ਆਖੀ। ਜਿਹੜਾ ਇਹ ਦੁੱਖਾਂ ਸੁੱਖਾਂ ਨੂੰ ਸਮ ਕਰਕੇ ਚੱਲਦਾ ਹੈ, ਜਿਹਨੂੰ ਇਹ ਸੰਸਾਰ ਦੇ ਦੁੱਖ ਸੁੱਖ ਬੰਨ੍ਹ ਨਹੀਂ ਸਕਦੇ, ਉਹਨੂੰ ਮਹਾਰਾਜ ਕਹਿੰਦੇ ਵੀ ਇਹਨੂੰ ਗਿਆਨੀ ਸਮਝੋ, ਵੀ ਇਹਨੂੰ ਗਿਆਨ ਹੈ, ਇਹ ਗਿਆਨੀ। ਤੇ ਉਹਨੂੰ ਤੁਸੀਂ ਜਿਹੜਾ ਐਸਾ ਗਿਆਨੀ, ਉਹਨੂੰ ਜੀਵਨ ਮੁਕਤੀ ਸਮਝੋ। ਉਹ ਜਿਉਂਦਾ ਵੀ ਪ੍ਰਵਾਨ ਹੈ ਤੇ ਉਹ ਮਰਨ ਤੋਂ ਬਾਅਦ ਵੀ ਪ੍ਰਵਾਨ ਹੈ। ਸਤਿਗੁਰੂ ਫਰਮਾਉਂਦੇ ਦੁੱਖ ਸੁੱਖ ਇਹ ਬਾਧੇ ਜੈ ਨਾਹਿਨ, ਤਹਿ ਜਾਨੋ ਤੁਮ ਗਿਆਨੀ। ਨਾਨਕ ਮੁਕਤ ਤਾਹੇ ਤੁਮ ਮਾਨੋ, ਇਹ ਬਿਦ ਕੋ ਜੋ ਪ੍ਰਾਨੀ। ਬਈ ਜਿਹੜਾ ਪ੍ਰਾਣੀ, ਜਿਹੜਾ ਗੁਰਮੁਖ ਇਸ ਅਵਸਥਾ ਤੱਕ ਪਹੁੰਚ ਗਿਆ, ਉਹਨੂੰ ਤੁਸੀਂ ਜੀਵਨ ਮੁਕਤ ਸਮਝੋ, ਉਹ ਪ੍ਰਵਾਨ ਹੋ ਗਿਆ। ਹੁਣ ਆਪਾਂ ਨੂੰ ਕਹਿੰਦੇ ਵੀ ਇਹ ਤਾਂ ਹੀ ਹੋ ਸਕੇਗਾ
ਜੇ ਸਾਡਾ ਮਨ ਸਹਿਜ ਵਿੱਚ ਜਾਏਗਾ, ਅਸੀਂ ਆਪਦੇ ਘਰ ਜਾਵਾਂਗੇ, ਫਿਰ ਸਾਨੂੰ ਇਹ ਸੰਸਾਰ ਦੇ ਦੁੱਖ ਸੁੱਖ ਬੰਨ੍ਹ ਨਹੀਂ ਸਕਦੇ ਸਾਡੇ ਮਨ, ਨਹੀਂ ਤਾਂ ਅਸੀਂ ਵੱਜ ਜਾਵਾਂਗੇ। ਸੰਸਾਰ 'ਚ ਜੇ ਕੋਈ ਦੁੱਖ ਆ ਗਿਆ ਤਾਂ ਜੀਵ ਵੱਜ ਜਾਂਦਾ, ਦੁਖੀ ਹੋਈ ਜਾਂਦਾ, ਦਿਨ ਰਾਤ ਉਹ ਦੁੱਖ ਨੂੰ ਛੱਡਦਾ ਹੀ ਨਹੀਂ, ਕਿਉਂਕਿ ਵੱਜ ਗਿਆ ਉਹ ਦੁੱਖ ਦੇ ਨਾਲ। ਜੇ ਸੁੱਖ ਆ ਗਿਆ ਤਾਂ ਸੁੱਖ ਦੇ ਨਾਲ ਵੱਜ ਜਾਂਦਾ। ਸੰਸਾਰ ਦੇ ਵਿੱਚ ਵੀ ਜੇ ਸੰਸਾਰੀ ਕੋਈ ਸੁੱਖ ਆ ਗਿਆ ਤੇ ਉਹਦੇ ਨਾਲ ਹਉਮੈ ਆਉਂਦੀ, ਹੰਕਾਰ ਆਉਂਦਾ, ਤਾਂ ਫਿਰ ਵੱਜ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਈ ਇਹ ਮਿੱਟੀ ਦਾ ਪੁਤਲਾ, ਬਈ ਕਿਵੇਂ ਦੌੜਿਆ ਫਿਰਦਾ, ਕਿਵੇਂ ਭੱਜਿਆ ਫਿਰਦਾ, ਜਦੋਂ ਤਾਂ ਕੁਝ ਪਾਉਂਦਾ ਉਦੋਂ ਗਰਭ ਕਰਦਾ ਬਈ ਮੈਂ ਕੀਤਾ, ਤੇ ਜਦੋਂ ਇਹ ਮਾਇਆ ਚਲੀ ਜਾਂਦੀ, ਕੋਈ ਦੁੱਖ ਆ ਗਿਆ ਤੇ ਫਿਰ ਰੋਣਾ ਸ਼ੁਰੂ ਕਰ ਦਿੰਦਾ ਵੀ ਮੇਰਾ ਸੀ ਕਾਹਤੋਂ ਚਲਾ ਗਿਆ। ਸਤਿਗੁਰੂ ਫਰਮਾਉਂਦੇ ਮਾਟੀ ਕਾ ਪੁੱਤਰਾ ਕੈਸੇ ਨਚਤ ਹੈ, देखे देखे सुने बोले दौड़ियो फिरत है, जब किछ पावे तब गर्भ करत है, माया गई तब रोपण लगत। बई ये मिट्टी का पुतला किमें भज्या फिरदा, किमें हंकारी बनया होए, किमें दौड़दा दे विच वैर विरोध च भज्जा फिरदा। जदों कुछ पाउंदा गर्भ करदा, जदों जांदा ते फिर रोना शुरू कर दिंदा मेरा सी काहतों चला गया जी। और सतगुरु सानू समझाउंदे भी ये संसार दे विच कुछ भी अपना नहीं है, अपना होर तो होना कि ये शरीर भी नहीं अपना खुद का, ये भी बगाना है। तो जदों ये भी बगाना है तो होर असीं किहनूं कहने भी साडा। महाराज इसलिए फिर सानू समझाउंदे, मानो कहते भी तू ये विचार के देख भी तेरा है कौन है। फरमाउंदे है मन तेरा को नहीं कर वेख शब्द विचार, बई तू शब्द ही विचार कर भी तेरा है कौन है, तू किहदे भरोसे। ये जिहड़ा मृत मंडल है त्रै भवन, तू किहदे भरोसे फिरदा इत्थे, काहदी हउमੈ काहदा हंकार करदा फिरदा। महाराज कहते किस परवासे विचरे भवन, मूड़ मुगद तेरा संगी कबन। बई तू काहदी हउमੈ काहदा हंकार करदा फिरदा, तेरा संगी है कौन है जिहड़ा तेरे नाल जाऊ, जिहड़ा तेरा अगे साथ दो। जे तू ये शरीर ते हंकार करदा इहने भी इत्थे रह जाना, जे तू कहना भी होर मेरे ने वो भी सब इत्थे ही रह जाना। बई तू काहदी हउमੈ काहदा हंकार करदा फिरदा, किहदे भरोसे, काहदा भरोसा तैनूं। हुण महाराज गुरबाणी गुरु विच फिर उन्हां जीवां नूं जिन्हां दे अंदर कोई गुण नहीं मालक वाला, बैर विरोध दे नाल भरे होए, फिर भी हउमੈ हंकार करदे, ते महाराज उन्हां नूं कहंदे भी ये बड़े वड्डे खर ने। खर कहंदे भी खोता है, बई जिन्हां दे विच कोई गुण तो है नहीं, पर फिर भी गर्भ, फिर भी हउमੈ हंकार च फुले नहीं समाउंदे। महाराज कहते नानक ते नल असल खर, जो बिन गुण गर्भ करंत। भी वो असली खोते ने, भी जिहड़े गर्भ हउमੈ हंकार करी जाते, जिन्हां दे विच गुण नहीं है मालक वाला, ना दा सिमन करते ना सत्संगत करते, फिर भी पता नहीं काहदी हउमੈ काहदा हंकार करते फिरते। इस वास्ते फिर कहते बई जिहड़ा हंकारी है वो कदे सुखी नहीं हो सकता। सुखी होने वास्ते सानू नीवें होना पैंदा। नीवा साडा मन फेर हुंदा जदों ये गुरु की मत लैंदा, जदों ये सिमरन करदा फिर ये नीवा हुंदा, नहीं तो नीवा हुंदा ही नहीं। इसलिए फरमाउंदे सुखी वसे मसकीनियां, आप निवार तले बड़े बड़े अहंकारियां, नानक गर्भ गले। बई वड्डे वड्डे हंकारी गर्भ च गल जाते। जे सुखी होना है तो कहते मसकीन हो जाओ।
ਮਨ ਸਾਡਾ ਜਿਹੜਾ ਉਹ ਗਰੀਬ ਹੋ ਜੀ, ਮਨ ਨੀਵਾਂ ਹੋ ਜੇ, ਮਨ ਨਿਮਾਣਾ ਹੋ ਜੀ। ਇਹ ਤਾਈਓ ਕਹਿੰਦੇ ਗੁਰਮਤਿ ਹਿਰਦੇ ਗਰੀਬੀ ਆਵੇ। ਵੀ ਗੁਰੂ ਦੀ ਮੱਤ ਲੈ ਕੇ ਸਾਡੇ ਹਿਰਦੇ ਵਿੱਚ, ਸਾਡੇ ਮਨ ਦੇ ਵਿੱਚ ਗਰੀਬੀ ਆ ਜਾਂਦੀ। ਗਰੀਬੀ ਕੀ ਵੀ ਸਾਡਾ ਮਨ ਉਹ ਹਉਮੈ ਹੰਕਾਰ ਤੋਂ ਰਹਿਤ ਹੋ ਜਾਂਦਾ। ਇਹ ਨਹੀਂ ਵੀ ਸੰਸਾਰੀ ਕਰਕੇ ਜੇ ਆਪਾਂ ਆਖੀਏ ਵੀ ਜਿਹੜੇ ਗੁਰਮੁਖ ਹੁੰਦੇ ਉਹਨਾਂ ਕੋਲ ਪੈਸੇ ਧੇਲਾ ਨਹੀਂ ਹੁੰਦਾ, ਸੰਸਾਰ ਦੀ ਨਹੀਂ, ਮਨ ਦੀ ਕਹਾਣੀ ਚੱਲਦੀ। ਬਈ ਉਹਨਾਂ ਦਾ ਜਿਹੜਾ ਮਨ ਹੈ ਉਹ ਮਨ ਨਿਮਾਣਾ ਹੋ ਜਾਂਦਾ, ਉਹਨਾਂ ਦਾ ਮਨ ਨੀਵਾਂ ਹੋ ਜਾਂਦਾ, ਉਹਨਾਂ ਦੇ ਹਿਰਦੇ 'ਚ ਗਰੀਬੀ ਆ ਜਾਂਦੀ। ਤੇ ਹੈ ਉਹ ਪਾਤਸ਼ਾਹ ਨੇ, ਇਹ ਨਹੀਂ ਵੀ ਉਹ ਗਰੀਬ ਨੇ। ਜਿਹਦੇ ਹਿਰਦੇ 'ਚ ਗਰੀਬੀ ਆ ਗਈ, ਜਿਹੜਾ ਨਿਮਾਣਾ ਹੋ ਗਿਆ, ਉਹ ਤਾਂ ਪਾਤਸ਼ਾਹ ਬਣ ਜਾਂਦਾ, ਮਾਲਕ ਉਹਨੂੰ ਸ਼ਾਹ ਬਣਾ ਦਿੰਦਾ। ਕਿਉਂਕਿ ਜਦੋਂ ਮਨ ਨਿਮਾਣਾ ਹੋ ਗਿਆ, ਸਾਡੇ ਹਿਰਦੇ 'ਚ ਨਾਮ ਦਾ ਵਾਸਾ ਹੋ ਜਾਣਾ। ਸਾਨੂੰ ਮਾਲਕ ਨੇ ਆਪਦੀ ਸਿਫਤ ਸਲਾਹ ਵਡਿਆਈ ਤੇ ਲਾ ਲੈਣਾ, ਤੇ ਉਹਨੇ ਸਿਫਤ ਸਲਾਹ ਦਾ ਖਜ਼ਾਨਾ ਦੇ ਦੇਣਾ। ਜਿਨ੍ਹਾਂ ਨੂੰ ਮਾਲਕ ਨੇ ਆਪਦੀ ਸਿਫਤ ਸਲਾਹ ਬਖਸ਼ ਦਿੱਤੀ, ਉਹਨਾਂ ਨੂੰ ਕਹਿ ਦਿੱਤਾ ਵੀ ਇਹ ਪਾਤਸ਼ਾਹ ਰਮਾਉਂਦੇ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਸੇ ਪਾਤਸ਼ਾਹ। ਬਈ ਜੇ ਅਸੀਂ ਮਨ ਕਰਕੇ ਮਸਕੀਨ ਹੋ ਜਾਵਾਂਗੇ, ਗਰੀਬ ਹੋ ਜਾਵਾਂਗੇ, ਤੇ ਮਾਲਕ ਸਾਨੂੰ ਪਾਤਸ਼ਾਹ ਬਣਾ ਦੇਣਗੇ। ਜੇ ਹੁਣ ਜੀਵ ਮਨ ਕਰਕੇ ਹੰਕਾਰੀ ਹੈ, ਅੰਦਰ ਦੁੱਧ ਦਾ ਵੈਰ ਵਿਰੋਧ ਹੈ, ਉਹਨੇ ਉਹ ਦੁੱਧ ਦਾ ਵੈਰ ਵਿਰੋਧ ਦੀ ਅਗਨ ਦੇ ਵਿੱਚ ਜਲੀ ਜਾਣਾ, ਉਹਨੇ ਅਸ਼ਾਂਤੀ ਰਹਿਣਾ ਤੇ ਉਹਨੇ ਦੁਖੀ ਰਹਿਣਾ। ਇਸ ਵਾਸਤੇ ਫਿਰ ਸਮਝਾਉਂਦੇ ਵੀ ਗੁਰੂ ਨਾਨਕ ਦਾ ਘਰ ਹੈ ਜਿਹੜਾ ਇਹ ਨਿਮਾਣਿਆਂ ਦਾ ਹੈ। ਜਿੰਨੇ ਅਸੀਂ ਮਨ ਕਰਕੇ ਨੀਵੇਂ ਹੋ ਜਾਵਾਂਗੇ, ਉਨਾ ਹੀ ਅਸੀਂ ਆਤਮਿਕ ਤੌਰ 'ਤੇ ਅੰਦਰੋਂ ਉੱਚੇ ਹੋ ਜਾਵਾਂਗੇ, ਤੇ ਉਨਾ ਹੀ ਅਸੀਂ ਸੁਖੀ ਹੋ ਜਾਵਾਂਗੇ। ਮਹਾਰਾਜ ਤਾਈਓ ਸਾਨੂੰ ਸਮਝਾਉਂਦੇ ਵੀ ਮਨ ਕਰਕੇ ਇੰਨੇ ਨੀਵੇਂ ਹੋ ਜੋ, ਕਿੰਨੇ ਨੀਵੇਂ ਹੋ ਜਾਈਏ। ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ। ਜਿੱਥੇ ਨੀਚ ਸਵਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ਼। ਗੁਰੂ ਨਾਨਕ ਦੇ ਘਰ ਵਿੱਚ ਜਿੰਨਾ ਅਸੀਂ ਨਿਮਾਣੇ ਹੋ ਜਾਵਾਂਗੇ, ਨੀਵੇਂ ਹੋ ਜਾਵਾਂਗੇ, ਓਨਾ ਹੀ ਅਸੀਂ ਸੁਖੀ ਹੋ ਜਾਵਾਂਗੇ। ਹੁਣ ਇਹ ਨੀਵਾਂ ਜਿਹੜਾ ਸਾਡਾ ਮਨ ਗੱਲਾਂ ਬਾਤਾਂ ਨਾਲ ਨਹੀਂ ਹੁੰਦਾ। ਜੇ ਅਸੀਂ ਉਹਦਾ ਕਹੀ ਜਾਈਏ ਅਸੀਂ ਤਾਂ ਬੜੇ ਨਿਮਾਣੇ ਹਾਂ ਜੀ, ਉਹਦਾ ਕਹਿਣਾ ਵੱਖਰੀ ਗੱਲ ਹੈ, ਸਾਡਾ ਮਨ ਅੰਦਰੋਂ ਮੰਨੇ ਉਹ ਇੱਕ ਵੱਖਰੀ ਗੱਲ। ਹੁਣ ਅੰਦਰੋਂ ਮਨ ਫੇਰ ਮੰਨਦਾ ਜੇ ਸਹਿਜ ਵਿੱਚ ਜਾਏਗਾ। ਜੇ ਅਸੀਂ ਸਤ ਸੰਗਤ ਕਰਾਂਗੇ, ਸਿਮਰਨ ਕਰਾਂਗੇ, ਫਿਰ ਸਾਡਾ ਮਨ ਮੰਨੇਗਾ। ਜੇ ਹੁਣ ਜੀਵ ਸਿਮਰਨ ਦਾ ਕਰਦਾ ਨਹੀਂ, ਨਾ ਸਤ ਸੰਗਤ ਕਰਦਾ, ਉਹ ਉਹਦਾ ਗੱਲਾਂ ਨਾਲ ਕਹੀ ਜਾਏਗਾ, ਪਰ ਮਨ ਤਾਂ ਉਹਦਾ ਮੈਲਾ ਹੀ ਰਹੇਗਾ, ਅੰਦਰੋਂ ਤਾਂ ਹੰਕਾਰ ਹਉਮੈ ਉਵੇਂ ਹੀ ਰਹੇਗੀ। ਤਾਂ ਮਾਰੇ ਕਹਿੰਦੇ ਵੀ ਸਤ ਸੰਗਤ ਤੋਂ ਬਿਨਾਂ ਤਾਂ ਜੀਵ ਦਾ ਮਨ ਮੈਲ ਦੇ ਨਾਲ ਭਰਿਆ ਰਹਿੰਦਾ। ਬਿਨ ਸੰਗਤ ਮੈਲ ਭਰੀ ਜੇ ਜੀਓ। ਬਈ ਸਤ ਸੰਗਤ ਤੋਂ ਬਿਨਾਂ ਇਹ ਮੈਲ ਦੇ ਨਾਲ ਭਰਿਆ ਪਿਆ। ਇਸ ਵਾਸਤੇ ਜਿਹੜਾ ਜੀਵ ਸਤ ਸੰਗਤ ਨਹੀਂ ਕਰਦਾ, ਜੇ ਉਹ ਕਹਿੰਦਾ ਵੀ ਮੈਂ ਨਿਮਾਣਾ ਹੈ, ਤੇ ਉਹੀ ਕਹਿੰਦਾ ਉੱਥੋਂ ਹੀ, ਉਹਦਾ ਮਨ ਨਹੀਂ ਕਹਿੰਦਾ ਅੰਦਰ। ਤੇ ਉਹ ਪਤਾ ਸਾਨੂੰ ਫੇਰ ਲੱਗਦਾ ਜਦੋਂ ਸਾਨੂੰ ਕੋਈ ਹੋਰ ਆਖੇ। ਜੇ ਹੁਣ ਸਾਨੂੰ ਕੋਈ ਹੋਰ ਆਖੇਗਾ ਮਾੜਾ ਜਿਹਾ ਗੱਲ, ਤੇ ਸਾਡੇ ਤੋਂ ਸਹਿਣ ਨਾ ਹੋਈ, ਸਾਡੇ ਅੰਦਰ ਕ੍ਰੋਧ ਆ ਗਿਆ, ਸਾਨੂੰ ਗੁੱਸਾ ਚੜ੍ਹ ਗਿਆ, ਤੇ ਸਮਝ ਲਓ ਵੀ ਸਾਡੀ ਕਰਨੀ ਤੇ ਕਥਨੀ ਵਿੱਚ ਫਰਕ ਆ ਗਿਆ। ਵੀ ਉਹਦਾ ਅਸੀਂ ਕਹੀ ਜਾਂਦੇ ਹਾਂ ਵੀ ਅਸੀਂ ਗੁਰੂ ਘਰ ਦੇ ਕੁੱਕਰ ਹਾਂ ਜੀ, ਤੇ ਜੇ ਸਾਨੂੰ ਕਿਸੇ ਨੇ ਮਾੜੀ ਜਿਹੀ ਸ਼ਬਦ ਦੀ ਚੋਟ ਮਾਰੀ ਤੇ ਸਾਨੂੰ ਗੁੱਸਾ ਆ ਗਿਆ, ਤੇ ਉਹ ਤਾਂ ਸਾਡਾ ਮਨ ਤਾਂ ਮੰਨਿਆ ਹੀ ਨਾ ਅੰਦਰ। ਜਿਵੇਂ ਹੁਣ ਅਸੀਂ ਗੁਰੂ ਘਰ ਆਈਏ, ਇੱਥੇ ਆ ਕੇ ਸੇਵਾ ਕਰੀਏ, ਸੇਵਾ ਕਰਕੇ ਅਸੀਂ ਮਾੜਾ ਜਿਹਾ ਬਾਹਰ ਜਾਈਏ, ਤੇ ਬਾਹਰ ਜਾ ਕੇ ਸਾਨੂੰ ਕੋਈ ਥੋੜ੍ਹਾ ਜਿਹਾ ਸ਼ਬਦ ਦੀ ਚੋਟ ਮਾਰੇ ਤੇ ਸਾਨੂੰ ਗੁੱਸਾ ਚੜ੍ਹ ਜੇ।
ਫਿਰ ਮਹਾਰਾਜ ਕਹਿੰਦੇ ਤੁਹਾਡੀ ਇਹੋ ਜਿਹੀ ਸੇਵਾ ਕੀਤੀ ਉਹ ਤਾਂ ਨਿਫਲ ਹੀ ਚਲੀ ਗਈ। ਤੁਹਾਡੇ ਅੰਦਰ ਸਹਿਜਤਾ ਆਇਆ ਹੀ ਨਹੀਂ, ਤੁਹਾਡਾ ਮਨ ਤਾਂ ਧੋਤਾ ਹੀ ਨਾ ਗਿਆ, ਮਨ ਤਾਂ ਨਿਰਮਲ ਹੀ ਨਾ ਹੋਈ। ਸੇਵਾ ਜਾਂ ਸਿਮਰਨ ਜਾਂ ਗੁਰਬਾਣੀ ਅਸੀਂ ਪੜ੍ਹਦੇ ਹਾਂ ਇਸ ਕਰਕੇ ਵੀ ਸਾਡਾ ਮਨ ਸ਼ੁੱਧ ਹੋਵੇ, ਸਾਡਾ ਮਨ ਧੋਤਾ ਜਾਵੇ। ਜੇ ਹੁਣ ਸਾਡੇ ਅੰਦਰੋਂ ਵੈਰ ਵਿਰੋਧ ਗਿਆ ਹੀ ਨਹੀਂ, ਲੋਭ ਮੋਹ ਹੰਕਾਰ ਗਿਆ ਹੀ ਨਹੀਂ, ਤੇ ਪਰਾਈ ਨਿੰਦਿਆ ਅਸੀਂ ਮੁੱਖ ਤੋਂ ਛੱਡੀ ਕੋਈ ਨਹੀਂ। ਫਿਰ ਸਤਿਗੁਰ ਕਹਿੰਦੇ ਤੁਹਾਡੀ ਸੇਵਾ ਕੀਤੀ ਦਾ ਤੁਹਾਨੂੰ ਫਾਇਦਾ ਕੀ, ਉਹ ਤਾਂ ਨਿਫਲ ਹੀ ਚਲੀ ਗਈ। ਮਾਰੇ ਫਰਮਾਉਂਦੇ ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੂਟਿਓ ਦੇਵਾ, ਭਾਰ ਨਿੰਦਾ ਮੁਖ ਤੇ ਨਹੀਂ ਛੂਟੀ, ਨਿਫਲ ਭਈ ਸਭ ਸੇਵਾ। ਬਈ ਪਰਾਈ ਨਿੰਦਿਆ ਸੀ ਜਿਹੜੀ ਉਹ ਤਾਂ ਮੁੱਖ ਤੋਂ ਛੱਡੀ ਨਹੀਂ, ਤੁਹਾਡੀ ਸੇਵਾ ਤਾਂ ਨਿਫਲ ਹੀ ਚਲੀ ਗਈ, ਤੁਹਾਨੂੰ ਫਾਇਦਾ ਕੀ ਹੋਇਆ। ਸੇਵਾ ਇਸ ਕਰਕੇ ਕੀਤੀ ਜਾਂਦੀ ਹੈ ਵੀ ਸਾਡਾ ਜਿਹੜਾ ਮਨ ਹੈ ਮਨ ਧੋਤਾ ਜਾਵੇ, ਸਾਡਾ ਮਨ ਸ਼ੁੱਧ ਹੋ ਜਾਵੇ। ਹੁਣ ਮਨ ਸਾਡਾ ਫੇਰ ਹੀ ਸ਼ੁੱਧ ਹੁੰਦਾ ਜੇ ਅਸੀਂ ਸੇਵਾ ਦੇ ਨਾਲ ਨਾਲ ਸਿਮਰਨ ਕਰਾਂਗੇ। ਸੇਵਾ ਅਸੀਂ ਹੱਥਾਂ ਪੈਰਾਂ ਨਾਲ ਕਰਦੇ ਹਾਂ, ਮੁੱਖ ਦੁਆਰਾ ਨਾਲ ਨਾਲ ਸਿਮਰਨ ਕਰੀ ਜਾਓ, ਫਿਰ ਸਾਡੀ ਕੀਤੀ ਸੇਵਾ ਪ੍ਰਵਾਨ। ਜੇ ਹੁਣ ਜੀਵ ਹੱਥਾਂ ਪੈਰਾਂ ਨਾਲ ਤਾਂ ਸੇਵਾ ਕਰਦਾ ਤੇ ਮੁੱਖ ਦੁਆਰਾ ਨਾਲ ਨਾਲ ਨਿੰਦਿਆ ਕਰੀ ਜਾਂਦਾ, ਨਾਲ ਨਾਲ ਦੂਸਰਿਆਂ ਦੀਆਂ ਚੁਗਲੀਆਂ ਕਰੀ ਜਾਂਦਾ, ਵੈਰ ਵਿਰੋਧ ਦੀ ਗੱਲ ਕਰੀ ਜਾਂਦਾ, ਉਹ ਜਿਹੜੀ ਅਸੀਂ ਸੇਵਾ ਹੱਥਾਂ ਪੈਰਾਂ ਨਾਲ ਵੀ ਕਰ ਰਹੇ ਹਾਂ ਉਹ ਵੀ ਸਾਡੀ ਕੀਤੀ ਹੋਈ ਉਹ ਪ੍ਰਵਾਨ ਨਹੀਂ, ਕਿਉਂਕਿ ਅਸੀਂ ਨਾਲ ਦੀ ਨਾਲ ਮੈਲ ਤਾਂ ਉੱਥੋਂ ਹੋਰ ਚੜਾਈ ਜਾ ਰਹੇ ਹਾਂ। ਅਸੀਂ ਲਾਉਣੇ ਥੋੜ੍ਹੀਆਂ, ਉਹ ਤਾਂ ਅਸੀਂ ਨਾਲ ਦੀ ਨਾਲ ਹੋਰ ਲਾਈ ਜਾਂਦੇ ਹਾਂ ਆਪਦੀ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਸੇਵਾ ਜਦੋਂ ਅਸੀਂ ਕਰਦੇ ਹਾਂ ਉਹਦੇ ਵਾਸਤੇ ਵੀ ਸਾਨੂੰ ਨਾਲ ਨਾਲ ਗੁਰੂ ਦੀ ਮੱਤ, ਸਾਨੂੰ ਗਿਆਨ ਹੋਣਾ ਜ਼ਰੂਰੀ ਹੈ। ਬਈ ਅਸੀਂ ਸੇਵਾ ਕਾਹਦੇ ਵਾਸਤੇ ਕਰਨੀ, ਇਹ ਨਾ ਹੋਵੇ ਵੀ ਅਸੀਂ ਉਹਦਾ ਸੇਵਾ ਕਰੀਏ ਅਤੇ ਉੱਥੋਂ ਹੋਰ ਦੂਣੀ ਮੈਲ ਲਵਾ ਕੇ ਆ ਜੀ। ਬਈ ਜਿਵੇਂ ਆਪਾਂ ਦੇਖਦੇ ਨਾ ਉੱਦਾਂ ਦਾ ਵੀ ਜੀਵ ਗੁਰੂ ਘਰ ਕਹਿੰਦੇ ਅਸੀਂ ਸੇਵਾ ਕਰਨ ਚੱਲੇ, ਬੀਬੀਆਂ ਜਾਂਦੀਆਂ ਵੀ ਅਸੀਂ ਸੇਵਾ ਕਰਨ ਚੱਲੇ ਹਾਂ ਜੀ। ਹੁਣ ਜੇ ਉੱਥੇ ਉਹ ਬੀਬੀਆਂ ਪਾਣੀ ਨਾਲ ਨਾਲ ਪ੍ਰਸ਼ਾਦਾ ਪਾਣੀ ਬਣਾਉਂਦੀਆਂ ਅਤੇ ਨਾਲ ਨਾਲ ਉਹ ਸਿਮਰ ਨਹੀਂ ਕਰਦੀਆਂ, ਉਹ ਨਿੰਦਿਆ ਚੁਗਲੀ ਕਰੀ ਜਾਂਦੀਆਂ ਬੈਠੀ, ਉਹ ਸੰਸਾਰ ਦੀਆਂ ਹੋਰ ਲੋਕਾਂ ਦੀਆਂ ਗੱਲਾਂ ਕਰੀ ਜਾਂਦੀਆਂ। ਉਹ ਅਸੀਂ ਸੇਵਾ ਕਰਦੇ ਵੀ ਉੱਥੇ ਮੈਲ ਲਵਾਈ ਜਾਂਦੇ ਉੱਤੇ ਆ ਉੱਥੇ। ਉਹ ਘਰੋਂ ਤਾਂ ਕਹਿੰਦੇ ਜਾਂਦੇ ਹਾਂ ਵੀ ਅਸੀਂ ਸੇਵਾ ਕਰਨ ਚੱਲੇ ਹਾਂ ਅਤੇ ਉੱਥੋਂ ਦੁੱਗਣੀ ਮੈਲ ਲਵਾ ਕੇ ਹੋਰ ਘਰੇ ਵਾਪਸ ਆ ਜਾਂਦੇ। ਫਿਰ ਅਸੀਂ ਆਖੀਏ ਸਾਡੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਜੀ, ਸਾਡੇ ਘਰ 'ਚ ਸੁੱਖ ਨਹੀਂ। ਸੁੱਖ ਕਿੱਥੋਂ ਆਵੇ, ਉਹ ਦੂਣੀ ਦਾ ਮੈਲ ਲਵਾ ਕੇ ਉੱਥੋਂ ਹੋਰ ਆ ਗਈ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਹੱਥਾਂ ਪੈਰਾਂ ਨਾਲ ਸੇਵਾ ਤੁਸੀਂ ਕਰਦੇ ਹੋ ਅਤੇ ਮੁੱਖ ਦੁਆਰਾ ਨਾਲ ਨਾਲ ਤੁਸੀਂ ਸਿਮਰਨ ਕਰੋ, ਫਿਰ ਸਾਡੀ ਕੀਤੀ ਹੋਈ ਸੇਵਾ ਜਿਹੜੀ ਉਹ ਪ੍ਰਵਾਨ ਹੁੰਦੀ। ਇਸ ਲਈ ਮਹਾਰਾਜ ਕਹਿੰਦੇ ਸਿਮਰ ਸਿਮਰ ਹਰ ਕਾਰਨ ਕਰਨਾ। ਬਈ ਤੁਸੀਂ ਕੋਈ ਵੀ ਕਰਮ ਕਰਦੇ ਹੋ ਤੁਸੀਂ ਨਾਲ ਨਾਲ ਸਿਮਰਨ ਕਰੋ। ਜੇ ਅਸੀਂ ਸਿਮਰਨ ਕਰਕੇ ਚਾਹੇ ਅਸੀਂ ਆਪਦੇ ਘਰ ਵੀ ਕੰਮ ਕਰਦੇ ਹਾਂ ਉਹ ਵੀ ਸਾਡੀ ਸੇਵਾ ਬਣ ਜਾਂਦੀ ਜੇ ਅਸੀਂ ਨਾਲ ਸਿਮਰਨ ਕਰਾਂਗੇ। ਜੇ ਅਸੀਂ ਸਿਮਰਨ ਨਹੀਂ ਕਰਦੇ ਚਾਹੇ ਤੁਸੀਂ ਗੁਰੂ ਘਰ ਆ ਕੇ ਕਰੋ, ਜੇ ਤੁਸੀਂ ਨਿੰਦਿਆ ਚੁਗਲੀ ਕਰੋਗੇ ਉਹ ਵੀ ਤੁਹਾਡੀ ਸੇਵਾ ਨਹੀਂ, ਉਹ ਵੀ ਸਾਡੇ ਵਾਸਤੇ ਕੀਤਾ ਹੋਇਆ ਉਹ ਪਾਪ ਬਣ ਜਾਂਦਾ, ਕਿਉਂਕਿ ਅਸੀਂ ਉੱਥੋਂ ਹੋਰ ਮੈਲ ਲਵਾ ਕੇ ਚਲੇ ਜਾਂਦੇ, ਹੋਰ ਪਾਪਾਂ ਦੇ ਭਾਗੀ ਬਣ ਜਾਂਦੇ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਨਾਲ ਨਾਲ ਜੋ ਸਾਨੂੰ ਗੁਰਬਾਣੀ ਗੁਰੂ ਕਹਿ ਰਹੇ ਵੀ ਤੁਸੀਂ ਉਹ ਸਮਝੋ ਤਾਂ ਸਹੀ ਵੀ ਸਾਨੂੰ ਗੁਰੂ ਸਾਹਿਬ ਸਮਝਾਉਣਾ ਕੀ ਚਾਹੁੰਦੇ, ਸਾਨੂੰ ਉਪਦੇਸ਼ ਕੀ ਕਰ ਰਹੇ, ਸਾਨੂੰ ਕਿਵੇਂ ਸਾਡੇ ਜੀਵਨ ਦੀ ਜਾਚ ਸਿਖਾਉਂਦੇ ਵੀ ਤਾਂ ਕਿ ਸਾਡਾ ਜਿਹੜਾ ਜੀਵਨ ਹੈ ਉਹ ਬਦਲੇ, ਸਾਡੇ ਮਨਾਂ ਨੂੰ ਸ਼ਾਂਤੀ ਆਵੇ, ਸਾਡੇ ਮਨ ਸੁਖੀ ਹੋਣ। ਹੁਣ ਇੱਕ ਜੀਵ ਹੈ ਉਹਨੂੰ ਸਾਰੀ ਉਮਰ ਗੁਰੂ ਘਰ ਆਉਂਦੇ ਨੂੰ ਹੋ ਗਈ, ਅਤੇ ਜੇ ਇਹਨੂੰ ਪੁੱਛੀਏ ਵੀ ਤੇਰਾ ਮਨ ਟਿਕਦਾ, ਤੇਰੇ ਮਨ ਨੂੰ ਸ਼ਾਂਤੀ ਹੈ, ਉਹ ਕਹਿੰਦਾ ਮਨ ਨੂੰ ਤਾਂ ਸ਼ਾਂਤੀ ਨਹੀਂ, ਮਨ ਤਾਂ ਦੁਖੀ ਬੜਾ ਹੈ, ਮਨ ਤਾਂ ਸ਼ਾਂਤ ਬੜਾ ਹੈ। ਅਤੇ ਇਹਦਾ ਮਤਲਬ ਵੀ ਉਹਨੂੰ ਜੋ ਉਹਨੇ ਗੁਰੂ ਘਰ ਆ ਕੇ ਲੈਣਾ ਸੀ ਉਹ ਅਸੀਂ ਲਿਆ ਹੀ ਨਹੀਂ। ਕਿਉਂਕਿ ਸਾਨੂੰ ਬਹੁਤੇ ਜੀਵਾਂ ਨੂੰ ਤਾਂ ਇਹੀ ਨਹੀਂ ਪਤਾ ਵੀ ਅਸੀਂ ਗੁਰੂ ਘਰ ਲੈਣ ਕੀ ਆਉਣਾ। ਸਤਿਗੁਰੂ ਸਾਨੂੰ ਫਿਰ ਸਮਝਾਉਂਦੇ ਵੀ ਗੁਰੂ ਨਾਨਕ ਦੇ ਘਰ ਦੇ ਵਿੱਚ ਤਾਂ ਨਾਮ ਹੈ,
ਅਸੀਂ ਇੱਥੇ ਨਾਮ ਦੀ ਦਾਤ ਲੈਣ ਵਾਸਤੇ ਆਉਣਾ ਹੁੰਦਾ। ਮਹਾਰਾਜ ਫਰਮਾਉਂਦੇ ਨਾਨਕ ਕੇ ਘਰ ਕੇਵਲ ਨਾਮ। ਵੀ ਗੁਰੂ ਨਾਨਕ ਦੇ ਘਰ ਕੀ ਹੈ? ਕਹਿੰਦੇ ਕੇਵਲ ਨਾਮ। ਹੁਣ ਜੇ ਉਹ ਸਾਨੂੰ ਨਾਮ ਦੀ ਦਾਤ ਤਾਂ ਮਿਲਦੀ ਨਹੀਂ, ਕਿਉਂਕਿ ਉਹ ਅਸੀਂ ਨਾਮ ਦਾ ਭੇਦ ਨਹੀਂ ਲਿਆ। ਫਿਰ ਇਸ ਕਰਕੇ ਜਿਹੜੀ ਦਾਤ ਮਿਲ ਕੇ ਅਸੀਂ ਸਦਾ ਸੁਖੀ ਹੋਣਾ ਸੀ, ਤੇ ਉਹ ਦਾਤ ਅਸੀਂ ਲਈ ਨਹੀਂ, ਤਾਂ ਕਰਕੇ ਸੁੱਖ ਸਾਨੂੰ ਮਿਲਿਆ ਹੀ ਕੋਈ ਨਹੀਂ। ਸਾਡਾ ਮਨ ਤਾਂ ਦੁਖੀ ਬੜਾ, ਇਹਦੇ ਵਿੱਚ ਕਲੇਸ਼ ਬੜਾ, ਤੇ ਦੁਰਮਤ ਦੀ ਅਗਨ ਦੇ ਵਿੱਚ ਜਲਦਾ ਪਿਆ। ਹੁਣ ਮਾਰੇ ਸਾਨੂੰ ਫਿਰ ਸਮਝਾਉਂਦੇ ਵੀ ਜੇ ਅਸੀਂ ਜੋ ਦਾਤ ਗੁਰੂ ਨਾਨਕ ਦੇ ਘਰ ਤੋਂ ਸਾਨੂੰ ਮਿਲਣੀ ਸੀ, ਜੇ ਅਸੀਂ ਉਹ ਦਾਤ ਲੈ ਲੈਂਦੇ, ਫਿਰ ਤਾਂ ਸਾਡੇ ਮਨ ਨੂੰ ਦੁੱਖ ਹੀ ਨਹੀਂ ਕੋਈ ਹੁੰਦਾ। ਫਿਰ ਤਾਂ ਸਾਡੇ ਮਨ ਸੀਤਲ ਹੋ ਜਾਂਦੇ, ਸਾਡੇ ਮਨ ਠੰਡੇ ਹੋ ਜਾਂਦੇ। ਜੇ ਅਸੀਂ ਇਹ ਗਿਆਨ ਜੋ ਸਤਿਗੁਰੂ ਸਾਨੂੰ ਬਖਸ਼ਿਸ਼ ਕਰਦੇ, ਜੇ ਅਸੀਂ ਇਹ ਗਿਆਨ ਹੀ ਲੈ ਲਾਂਗੇ, ਇਹ ਗਿਆਨ ਲੈਣ ਦੇ ਨਾਲ ਹੀ ਸਾਡਾ ਮਨ ਸੀਤਲ ਠੰਡਾ ਹੋ ਜਾਂਦਾ। ਮਹਾਰਾਜ ਦਾਈਆਂ ਫਰਮਾਉਂਦੇ, ਕਬੀਰ ਮਨ ਸੀਤਲ ਭਇਆ ਪਾਇਆ ਬ੍ਰਹਮ ਗਿਆਨ। ਜਨ ਜਵਾਲਾ ਜਗ ਜਾਰਿਆ ਸੋ ਜਨ ਕੇ ਉਦਕ ਸਮਾਨ। ਬਈ ਇਹ ਜਿਹੜਾ ਗਿਆਨ ਸਤਿਗੁਰੂ ਸਾਨੂੰ ਬਖਸ਼ਿਸ਼ ਕਰਦੇ, ਕੋਈ ਮਾਮੂਲੀ ਗਿਆਨ ਨਹੀਂ ਹੈ। ਇਹ ਬ੍ਰਹਮ ਵਿਦਿਆ, ਬ੍ਰਹਮ ਦਾ ਗਿਆਨ ਹੈ। ਜੇ ਅਸੀਂ ਲੈ ਲਾਂਗੇ ਤੇ ਸਾਡੇ ਮਨ ਠੰਡੇ ਹੋ ਜਾਣਗੇ, ਸਾਡੇ ਮਨ ਸੀਤਲ ਹੋ ਜਾਣਗੇ, ਸਾਨੂੰ ਕੋਈ ਦੁੱਖ ਨਹੀਂ ਹੁੰਦਾ। ਸੰਸਾਰ ਦੇ ਵਿੱਚ ਕੋਈ ਆਈ ਜਾਵੇ, ਕੋਈ ਜਾਈ ਜਾਵੇ, ਸਾਡੇ ਮਨ ਨੂੰ ਦੁੱਖ ਨਹੀਂ ਹੋਏਗਾ, ਕਿਉਂਕਿ ਸਾਨੂੰ ਪਤਾ ਲੱਗ ਜਾਂਦਾ ਵੀ ਇਹ ਇੱਕ ਖੇਲ ਹੈ। ਸੰਸਾਰ 'ਚ ਆਉਣਾ ਜਾਣਾ ਮਾਲਕ ਦਾ ਘੱਲਿਆ ਹੋਇਆ ਜੀਵ ਆਉਂਦਾ ਹੈ, ਤੇ ਜਦੋਂ ਬੁਲਾਉਂਦੇ ਬਾਬਾ ਚਲਾ ਜਾਂਦਾ। ਫਿਰ ਸਾਡੇ ਮਨ 'ਚ ਕੋਈ ਰੋਸ ਨਹੀਂ ਆਏਗਾ, ਫਿਰ ਇਹ ਦੁਖੀ ਨਹੀਂ ਹੋਏਗਾ, ਫਿਰ ਇਹ ਦੁਰਮਤ ਦੀ ਅਗਨ ਦੇ ਵਿੱਚ ਜਲੇਗਾ ਨਹੀਂ, ਫਿਰ ਇਹ ਸੜੇਗਾ ਨਹੀਂ, ਫਿਰ ਇਹ ਅਸ਼ਾਂਤ ਨਹੀਂ ਹੋਏਗਾ। ਇਸੇ ਲਈ ਮਹਾਰਾਜ ਕਹਿੰਦੇ ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਸ ਕਿਸੇ ਕਿਆ ਕੀਜੇ। ਫਿਰ ਸਾਨੂੰ ਇਹ ਭੇਦ ਆ ਜਾਂਦਾ ਵੀ ਅਸੀਂ ਰੋਸ ਕਿਹਦੇ ਨਾਲ ਕਰੀਏ? ਜਿਹਦੀ ਸੀਗੀ ਵਸਤੂ ਉਹ ਲੈ ਗਿਆ, ਲੈ ਕੇ ਹੀ ਜਾਣੀ ਸੀ ਉਹਨੇ, ਜਿਹਦੀ ਹੈਗੀ ਉਹਨੇ ਲੈਣੀ ਵੀ ਹੈ। ਇਹ ਤਾਂ ਸਾਡੀ ਗਲਤੀ ਹੈ ਵੀ ਅਸੀਂ ਆਪਦੀ ਸਮਝ ਲਈ ਵੀ ਸਾਡਾ ਇਹ 'ਚ। ਤੇ ਸਾਨੂੰ ਕਹਿੰਦੇ ਵੀ ਜਿਹਦਾ ਹੈਗਾ ਉਹਨੇ ਤਾਂ ਲੈ ਕੇ ਜਾਣਾ ਹੀ ਆ ਵਾਪਸ। ਜੇ ਹੁਣ ਉਹਦਾ ਅਸੀਂ ਪਹਿਲਾਂ ਹੀ ਉਹਨੂੰ ਸੌਂਪ ਦਈਏ, ਤੇ ਫਿਰ ਸਾਨੂੰ ਰੋਸ ਨਹੀਂ ਹੁੰਦਾ, ਫਿਰ ਸਾਨੂੰ ਖੁਸ਼ੀ ਹੁੰਦੀ ਹੈ। ਬਈ ਗੁਰਮੁਖ ਆਪਦੇ ਘਰ ਚਲੀ ਗਈ, ਬਈ ਮਾਲਕ ਨੇ ਭੇਜਿਆ ਸੀ, ਇੱਧਰ ਬਗਾਨੇ ਘਰ ਆਏ ਸੀ, ਇੱਧਰ ਆ ਕੇ ਉਹਨਾਂ ਨੇ ਭਗਤੀ ਕੀਤੀ, ਜੇ ਸਿਮਰਨ ਕੀਤਾ, ਆਪਦੇ ਘਰ ਦੀ ਪਹਿਚਾਣ ਕੀਤੀ, ਤੇ ਹੁਣ ਇਹ ਬਗਾਨੇ ਘਰ ਨੂੰ ਛੱਡ ਕੇ ਸਦਾ ਵਾਸਤੇ ਆਪਦੇ ਘਰ ਦੇ ਵਿੱਚ ਚਲੀ ਗਈ, ਸਦਾ ਲਈ ਮਾਲਕ 'ਚ ਲੀਨ ਹੋ ਕੇ। ਇਹ ਰੋਸ ਕਾਹਦਾ? ਫਿਰ ਤਾਂ ਖੁਸ਼ੀ ਹੁੰਦੀ ਵੀ ਉਹ ਆਪਦੇ ਘਰ ਗਏ ਤੇ ਅਸੀਂ ਵੀ ਉੱਥੇ ਹੀ ਜਾਣਾ, ਅਸਾਂ ਵੀ ਉੱਥੇ ਜਾਣਾ। ਫਿਰ ਰੋਸ ਨਹੀਂ, ਫਿਰ ਖੁਸ਼ੀ ਹੋਏਗੀ ਵੀ ਜਾਣਾ ਹੀ ਹੈ, ਤਾਂ ਸਭ ਨੇ ਚਲੇ ਜਾਣਾ। ਫਿਰ ਤਾਂ ਸਾਡੇ ਮਨ 'ਚ ਚਾਅ ਹੁੰਦਾ ਵੀ ਅਸੀਂ ਪਹਿਲਾਂ ਉਹ ਆਪਦਾ ਘਰ ਦੇਖ ਲਈਏ, ਤੇ ਪਹਿਲਾਂ ਹੀ ਉੱਥੇ ਆਉਣ ਜਾਣ ਬਣਾ ਲਈਏ, ਤਾਂ ਕਿ ਸਾਡਾ ਇਹ ਭਰਮ ਖਤਮ ਹੋ ਜੇ ਜਨਮ ਮਰਨ 'ਚ। ਮਾਰੇ ਕਹਿੰਦੇ ਜਨਮ ਮਰਨ ਕਾ ਭਰਮ ਗਿਆ, ਗੋਬਿੰਦ ਲੈਵ ਲਾਗੀ, ਜੀਵਤ ਸੁਨ ਸਮਾਨਿਆ ਗੁਰ ਸਾਖੀ ਜਾਗੀ। ਫਿਰ ਸਾਡਾ ਇਹ ਜਿਹੜਾ ਜਨਮ ਮਰਨ ਦਾ ਭਰਮ ਹੈ ਖਤਮ ਹੋ ਜਾਂਦਾ। ਅਸੀਂ ਜਿਉਂਦੇ ਜੀ ਹੀ ਉੱਥੇ ਪਹੁੰਚ ਜਾਂਦੇ ਜਿੱਥੇ ਅਸੀਂ ਮਰਨ ਤੋਂ ਬਾਅਦ ਜਾਣਾ। ਆਪਾਂ ਪਹਿਲਾਂ ਹੀ ਉਹ ਘਰ ਦੇਖ ਲੈਂਦੇ ਹਾਂ। ਫਿਰ ਆਪਾਂ ਨੂੰ ਭੇਦ ਖੁੱਲ੍ਹਦਾ ਵੀ ਇਹ ਸਰੀਰ ਜਿਹੜਾ ਵੀ ਇਹਦਾ ਪੰਜਾਂ ਤੱਤਾਂ ਦਾ ਪੁਤਲਾ ਹੈ, ਵੀ ਇਹ ਤਾਂ ਸਿਰਫ ਅਸੀਂ ਦਿਨ ਦੇ ਸਮੇਂ ਆ ਕੇ ਕਹਿੰਦੇ ਵੀ ਆਹ ਮੇਰੀ ਇਸਤਰੀ, ਆਹ ਮੇਰਾ ਮਰਦ ਜੀ, ਆਹ ਮੇਰਾ ਪੁੱਤਰ, ਆਹ ਮੇਰੀ ਧੀ, ਆਹ ਮੇਰੀ ਭੈਣ, ਆਹ ਮੇਰਾ ਭਰਾ। ਵੀ ਇਹ ਸਰੀਰ ਜਿਹੜਾ ਤਾਂ ਪੰਜਾਂ ਤੱਤਾਂ ਦਾ ਪੁਤਲਾ ਹੈ। ਇਹੋ ਮਹਾਰਾਜ ਸਾਨੂੰ ਸਮਝਾਉਂਦੇ, ਕਹਿੰਦੇ ਕੌਣ ਕੋ ਪੁਰਖ ਕੌਣ ਕੀ ਨਾਰੀ, ਇਹ ਆ ਤਤ ਲਿਓ ਸਰੀਰ ਵਿਚਾਰੀ। ਵੀ ਕੌਣ ਕਿਹਦਾ ਪਤੀ, ਕੌਣ ਕਿਹਦੀ ਪਤਨੀ, ਵੀ ਇਹ ਤਾਂ ਸਿਰਫ ਇੱਕ ਡਰਾਮਾ ਹੈ। ਦਿਨ ਦੇ ਸਮੇਂ ਅਸੀਂ ਇਹ ਡਰਾਮਾ ਕਰਦੇ ਹਾਂ। ਜਦੋਂ ਰਾਤ ਹੁੰਦੀ ਹੈ, ਕੱਪੜਾ ਇੱਥੇ ਹੀ ਲਾ ਕੇ, ਸਰੀਰ ਇੱਥੇ ਹੀ ਲਾ ਕੇ ਕੱਪੜਾ ਅਸੀਂ ਆਪਦਾ ਘਰ ਚਲੇ ਜਾਂਦੇ ਹਾਂ। ਜਦੋਂ ਅਸੀਂ ਆਪਦੇ ਘਰ ਜਾਂਦੇ ਉੱਥੇ
कोई पत्नी नहीं, कोई पति नहीं, उथे कोई बच्चा नहीं, कोई बजुर्ग नहीं, कोई औरत, कोई मर्द नहीं। उथे ਆਪਾਂ ਸਾਰੇ ਇੱਕ ਰੂਪ ਹੀ ਹੁੰਦੇ ਆ। उथे प्रकाश रूप जोत ਸਰੂਪ ਆਪਾਂ ਸਾਰੇ। ਇਹਦਾ ਸਿਰਫ ਇਹ ਪੰਜਾਂ ਤੱਤਾਂ ਦਾ ਜਿਹੜਾ ਕੱਪੜਾ ਇੱਥੇ ਆ ਕੇ ਆਪਾਂ ਇਹ ਕੱਪੜਾ ਪਾ ਲੈਂਦੇ ਹਾਂ ਅਤੇ ਤਾਂ ਕਹਿੰਦੇ ਹਾਂ ਆਪਾਂ ਵੀ ਆਹ ਇਸਤਰੀ ਹੈ, ਆਹ ਮਰਦ ਹੈ ਜੀ, ਆਹ ਬੱਚਾ ਹੈ, ਆਹ ਬੁੱਢਾ ਹੈ ਜੀ। ਉੱਥੇ ਇਹ ਨਹੀਂ ਹੈ। ਜਦੋਂ ਆਪਾਂ ਆਪਦੇ ਘਰ ਚਲੇ ਜਾਵਾਂਗੇ ਨਾ, ਉੱਥੇ ਕੋਈ ਬੁੱਢਾ ਨਹੀਂ, ਨਾ ਉੱਥੇ ਕੋਈ ਬੱਚਾ, ਨਾ ਕੋਈ ਜਵਾਨ, ਨਾ ਇਸਤਰੀ, ਨਾ ਮਰਦ, ਸਭ ਇੱਕ ਰੂਪ ਹੀ ਹੁੰਦੇ ਆਪਾਂ ਸਾਰੇ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਤੁਸੀਂ ਪਹਿਚਾਣ ਕਰੋ ਆਪਣੇ ਆਪੇ ਦੀ ਵੀ ਤੁਸੀਂ ਹੈ ਕੌਣ। ਅਤੇ ਉਹ ਪਹਿਚਾਣ ਸਾਨੂੰ ਫੇਰ ਹੀ ਆਏਗੀ ਜਦੋਂ ਹੁਣ ਅਸੀਂ ਜਾਗਾਂਗੇ। ਅਤੇ ਜਦੋਂ ਅਸੀਂ ਆਪਦੇ ਆਪੇ ਦੀ ਪਹਿਚਾਣ ਕਰ ਲਾਂਗੇ, ਫਿਰ ਅਸੀਂ ਸਾਰਿਆਂ ਦੀ ਪਹਿਚਾਣ ਕਰ ਲਾਂਗੇ ਵੀ ਸਾਡੇ ਜਿਹੜੇ ਸੰਗੀ ਸਾਥੀ ਨੇ, ਜਿਨ੍ਹਾਂ ਨੂੰ ਅਸੀਂ ਆਪਦੇ ਕਹਿੰਦੇ ਹਾਂ, ਉਹ ਕੌਣ ਨੇ। ਫਿਰ ਉਹਨਾਂ ਨੂੰ ਵੀ ਪਹਿਚਾਣ ਲਾਂਗੇ ਅੰਦਰੋਂ। ਫਿਰ ਆਹ ਕੱਪੜੇ ਨੂੰ ਨਹੀਂ ਦੇਖਾਂਗੇ, ਫਿਰ ਜਿਹੜਾ ਇਹਦੇ ਅੰਦਰ ਵੱਸਦਾ ਫਿਰ ਉਹਨੂੰ ਦੇਖਾਂਗੇ, ਫਿਰ ਉਹਦੀ ਪਹਿਚਾਣ ਕਰਾਂਗੇ। ਅਤੇ ਜਿਹੜਾ ਅੰਦਰ ਵੱਸਦਾ ਉਹ ਕੋਈ ਮਰਨ ਵਾਲੀ ਚੀਜ਼ ਨਹੀਂ ਹੈ, ਤਾਂ ਕਰਕੇ ਫਿਰ ਆਪਾਂ ਨੂੰ ਕੋਈ ਦੁੱਖ ਨਹੀਂ ਹੁੰਦਾ ਇਹ ਸਰੀਰ ਛੱਡਣ ਦਾ ਵੀ। ਇਸ ਵਾਸਤੇ ਹੁਣ ਆਪਾਂ ਨੂੰ ਸੱਚੇ ਪਾਤਸ਼ਾਹ ਕਹਿੰਦੇ ਵੀ ਜਾਗੋ, ਜਾਗ ਲਿਹੋ ਰੇ ਮਨ ਜਾਗ ਲਿਹੋ, ਬਈ ਹੁਣ ਤੂੰ ਜਾਗ ਲੈ। ਅਤੇ ਜਾਗਣਾ ਕਿਵੇਂ, ਉਹਦੇ ਵਾਸਤੇ ਆਪਾਂ ਨੂੰ ਸਤਿਗੁਰੂ ਇਹ ਸਿਮਰਨ ਅਭਿਆਸ ਦੱਸਦੇ। ਆਓ ਜੋ ਸਤਿਗੁਰੂ ਆਪਾਂ ਨੂੰ ਮਨ ਨੂੰ ਜਗਾਉਣ ਵਾਸਤੇ ਅਭਿਆਸ ਕਰਨ ਨੂੰ ਕਹਿ ਰਹੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਜਦੋਂ ਆਪਾਂ ਇਹ ਅਭਿਆਸ ਕਰਦੇ ਹਾਂ, ਸਾਡਾ ਮਨ ਫਿਰ ਜਾਗਤ ਅਵਸਥਾ 'ਚ ਆਉਂਦਾ। ਜਿਉਂ ਜਿਉਂ ਜਾਗੇਗਾ ਤਿਉਂ ਤਿਉਂ ਸਾਨੂੰ ਗੁਰਬਾਣੀ ਗੁਰੂ ਦੀ ਸਮਝ ਆਏਗੀ। ਜਿਉਂ ਜਿਉਂ ਅਸੀਂ ਜਾਗਾਂਗੇ ਸਾਨੂੰ ਆਪਣੇ ਘਰ ਦਾ ਭੇਤ ਆਏਗਾ। ਇਸ ਲਈ ਹੁਣ ਮਨ ਨੂੰ ਜਗਾਉਣ ਵਾਸਤੇ ਅਸੀਂ ਇਹ ਵੱਧ ਤੋਂ ਵੱਧ ਸਿਮਰਨ ਕਰਨਾ। ਇਹ ਸੌਂਦਾ ਕਿਵੇਂ? ਜਦੋਂ ਸਾਡਾ ਮਨ ਦੌੜਦਾ ਵਿੱਚ ਚਲਾ ਜਾਂਦਾ, ਜਦੋਂ ਅਸੀਂ ਕਿਸੇ ਦੀ ਨਿੰਦਿਆ ਚੁਗਲੀ ਕਰਦੇ ਹਾਂ ਜਾਂ ਸੁਣਦੇ ਹਾਂ, ਜਾਂ ਅਸੀਂ ਕਿਸੇ ਨਾਲ ਵੈਰ ਵਿਰੋਧ ਕਰਦੇ ਹਾਂ, ਈਰਖਾ ਨਫ਼ਰਤ ਕਰਦੇ, ਉਦੋਂ ਇਹ ਸਾਡਾ ਮਨ ਸੁੱਤਾ ਹੁੰਦਾ।
ਜੇ ਅਸੀਂ ਸਿਮਰਨ ਕਰਦੇ ਰਹਾਂਗੇ, ਜਾਗਤ ਅਵਸਥਾ 'ਚ ਹੋਵਾਂਗੇ, ਫਿਰ ਅਸੀਂ ਇਹ ਕੁਝ ਨਹੀਂ ਕਰਾਂਗੇ। ਜੇ ਮਨ ਸਾਡਾ ਜਾਗਦਾ ਹੋਏਗਾ, ਫਿਰ ਅਸੀਂ ਮਾਲਕ ਦਾ ਸਿਮਰਨ ਕਰਦੇ ਰਹਾਂਗੇ, ਉਹਦੀ ਸਿਫਤ ਸਲਾਹ ਕਰਦੇ ਰਹਾਂਗੇ। ਸੋ ਤਾਂ ਕਰਕੇ ਫਿਰ ਆਪਾਂ ਨੂੰ ਕਹਿੰਦੇ ਵੀ ਸਿਮਰਨ ਅਭਿਆਸ ਕਰਦੇ ਰਹੋ, ਤਾਂ ਕਿ ਸਾਡਾ ਮਨ ਜਾਗਤ ਅਵਸਥਾ 'ਚ ਰਹੇ, ਵੀ ਇਹ ਸੌਵੇਂ, ਇਹ ਭਰਮਾਂ 'ਚ ਨਾ ਜਾਵੇ ਵਿਚਾਰਾਂ ਦੇ ਵਿੱਚ। ਹੁਣ ਇਸ ਵਾਸਤੇ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਖੋਜਣਾ, ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ। ਅਤੇ ਵੱਧ ਤੋਂ ਵੱਧ ਆਪਾਂ ਸਤਸੰਗਤ ਕਰਨੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਹੀ ਆਪਾਂ ਦ੍ਰਿੜ ਕਰਦੇ। ਅਤੇ ਜੋ ਆਪਣਾ ਹਰੇਕ ਸਾਲ ਸਮਾਗਮ ਹੁੰਦਾ ਹੈ, ਅੰਮ੍ਰਿਤ ਸੰਚਾਰ ਕੈਂਪ, 22 ਤਰੀਕ ਤੋਂ ਲੈ ਕੇ 31 ਤਰੀਕ ਤੱਕ ਇਹ 10 ਦਿਨਾਂ ਦਾ ਸਮਾਗਮ ਗੁਰਦੁਆਰਾ ਬ੍ਰਾਹਮਣ ਨੇ ਕੱਚਾਓ ਮੋਗਾ ਵਿਖੇ ਚੱਲਣਾ ਹੈ, ਜਿਹਦੇ ਵਿੱਚ ਇਹ ਢਾਡੀ ਵਾਰਾਂ, ਕਵੀਸ਼ਰੀ, ਕੀਰਤਨ ਅਤੇ ਕਥਕ ਹਨ। ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਦਲਵੀਰ ਸਿੰਘ ਜੀ ਧਰਮਾਲਾ ਆਪਾਂ ਨੂੰ ਸਮਝਾਉਣਗੇ। ਇਹਨਾਂ ਸਮਾਗਮਾਂ ਦੇ ਵਿੱਚ ਵੀ ਆਪਾਂ ਸਮਾਂ ਕੱਢ ਕੇ ਪਹੁੰਚ ਕੇ ਸੰਗਤ ਕਰਕੇ ਆਪਦੇ ਜੀਵਨ ਦਾ ਜੋ ਲਾਹਾ ਹੈ, ਇਹ ਆਪਾਂ ਲਾਹਾ ਪ੍ਰਾਪਤ ਕਰ ਸਕਦੇ। ਸੋ ਇੰਨੀਆਂ ਬੇਨਤੀਆਂ ਨੇ, ਇੰਨੇ ਵਿਚਾਰ ਕਰਦੇ ਹੋਏ, ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।